बिजली समझौतिਆਂ ਤੇ ਭਗਵੰਤ ਮਾਨ ਦਾ ਵੱਡਾ ਐਲਾਨ। ਸਰਕਾਰ ਬਣਦੇ ਹੀ ਪਹਿਲੀ ਕੈਬਨਿਟ 'ਚ ਰੱਦ ਕਰਾਂਗੇ ਪਾਵਰ ਐਗਰੀਮੈਂਟ। ਕੈਪਟਨ ਸਰਕਾਰ ਦੀ ਨੀਅਤ ਤੇ ਚੱਕੇ ਸਵਾਲ। ਬਿਜਲੀ ਸੰਕਟ ਤੇ ਵਿਰੋਧੀਆਂ ਦੇ ਨਾਲ-ਨਾਲ ਆਪਣਿਆਂ ਦੀ ਵੀ ਘੇਰਾਬੰਦੀ ਜਾਰੀ। ਪ੍ਰਤਾਪ ਬਾਜਵਾ ਨੇ ਸਰਕਾਰ ਦੇ ਇੰਤਜ਼ਾਮਾਂ ਤੇ ਚੱਕੇ ਸਵਾਲ। ਬੋਲੇ ਅਚਾਨਕ ਮੰਗ ਵਧਣ ਦਾ ਤਰਕ ਮਹਿਜ਼ ਬਹਾਨਾ, ਮਾੜੇ ਇੰਤਜ਼ਾਮਾਂ ਕਰਕੇ ਬਣੇ ਮੌਜੂਦਾ ਹਾਲਾਤ। ਸਰਕਾਰ ਦਾ ਕਿਸਾਨਾਂ ਨੂੰ ਪੂਰੀ ਬਿਜਲੀ ਦੇਣ ਦਾ ਦਾਅਵਾ। ਪੀਐਸਪੀਸੀਐਲ ਨੇ ਜਾਰੀ ਕੀਤੇ ਪੰਜਾਬ ਭਰ ਦੇ ਆંકੜੇ। ਐਤਵਾਰ ਨੂੰ ਸੂਬੇ ਭਰ 'ਚ ਮਿਲੀ ਔਸਤਨ 10.3 ਘੰਟੇ ਬਿਜਲੀ। ਰਣਜੀਤ ਸਿੰਘ ਢੱਡਰੀਆਂਵਾਲਾ ਤੋਂ ਐਸਆਈਟੀ ਨੇ 3 ਘੰਟੇ ਤੱਕ ਕੀਤੀ ਪੁੱਛਗਿੱਛ। ਕੋਟਕਪੂਰਾ ਗੋਲੀकांड ਨੂੰ ਲੈ ਕੇ ਤਤਕਾਲੀ ਬਾਦਲ ਸਰਕਾਰ ਤੇ ਚੱਕੇ ਗੰਭੀਰ ਸਵਾਲ। ਬੋਲੇ ਪੱਤਾ ਵੀ ਹਿਲਦਾ ਹੈ ਤਾਂ ਸਰਕਾਰ ਨੂੰ ਹੁੰਦੀ ਹੈ ਖਬਰ। ਸੁਖਬੀਰ ਬਾਦਲ ਦੇ ਛਾਪਿਆਂ ਤੇ ਮਾਈਨਿੰਗ ਮੰਤਰੀ ਸੁਖ ਸਰਕਾਰੀਆ ਦਾ ਪਲਟਵਾਰ। ਨਿਊਜ਼ 18 ਤੇ ਬੋਲੇ ਮਾਈਨਿੰਗ ਮਾਫੀਆ ਨੂੰ ਅਕਾਲੀ ਦਲ ਨੇ ਦਿੱਤਾ ਜਨਮ, ਸਾਡੀ ਸਰਕਾਰ ਨੇ ਖਤਮ ਕੀਤਾ ਰੇਤ ਮਾਫੀਆ। ਨਸ਼ੇ ਦੇ ਮੁੱਦੇ ਤੇ ਚੰਡੀਗੜ੍ਹ 'ਚ ਬੀਜੇਪੀ ਦਾ ਹੱਲਾ ਬੋਲ। ਮੁੱਖ ਮੰਤਰੀ ਦੀ ਰਿਹਾਇਸ਼ ਤੇ ਘਿਰਾਓ ਦੌਰਾਨ ਪੁਲਿਸ ਨਾਲ ਹੋਈ ਝੜਪ। ਪੁਲਿਸ ਨੇ ਵਾਟਰ ਕੈਨਨ ਦਾ ਕੀਤਾ ਇਸਤੇਮਾਲ। ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਦੀ ਵਧਾਈ ਗਈ ਸੁਰੱਖਿਆ। ਰਿਹਾਇਸ਼ ਨੂੰ ਜਾਣ ਵਾਲੇ ਸਾਰੇ ਰਾਹ ਕੀਤੇ ਗਏ ਸੀਲ। ਰੋਜ਼ਾਨਾ ਹੋ ਰਹੇ ਪ੍ਰਦਰਸ਼ਨਾਂ ਨੂੰ ਦੇਖਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਫੈਸਲਾ। ਬਟਾਲਾ ਕਤਲकांड 'ਚ ਇਨਸਾਫ ਦੀ ਮੰਗ ਨੂੰ ਲੈ ਕੇ ਪਰਿਵਾਰ ਨੇ ਲਾਇਆ ਪੱਕਾ ਧਰਨਾ। ਲਾਸ਼ਾਂ ਸੜਕ ਤੇ ਰੱਖ ਕੇ ਲਾਇਆ ਇਲਜ਼ਾਮ। ਗੱਲਬਾਤ ਕਰਨ ਪਹੁੰਚੇ ਕਾਂਗਰਸੀ ਵਿਧਾਇਕ ਬਲਵਿੰਦਰ ਲਾਡੀ ਦਾ ਵਿਰੋਧ। ਜਲੰਧਰ 'ਚ ਵਕੀਲਾਂ ਵਿਚਾਲੇ ਜ਼ਬਰਦਸਤ ਝੜਪ। ਪਹਿਲਾਂ ਕੋਰਟ ਕੰਪਲੈਕਸ ਤੇ ਫਿਰ ਸਿਵਲ ਹਸਪਤਾਲ 'ਚ ਭਿੜੇ ਵਕੀਲ ਇੱਕ ਦੂਜੇ ਨੂੰ ਕੀਤਾ ਲਹੂ ਲੁਹਾਨ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਗੱਲ ਬਿਜਲੀ ਸਮਝੌਤਿਆਂ ਦੀ ਕਰਦੇ ਹਾਂ। ਬਿਜਲੀ ਸਮਝੌਤਿਆਂ ਤੇ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਆਪਣੀ ਸਰਕਾਰ ਨੂੰ ਘੇਰਿਆ ਹੈ। ਪਾਵਰ ਐਗਰੀਮੈਂਟ ਤੇ ਵਾਈਟ ਪੇਪਰ ਲਿਆਉਣ ਦੀ ਮੰਗ ਕੀਤੀ ਗਈ ਹੈ। ਸਿੱਧੂ ਨੇ ਕਿਹਾ ਕਿ ਮੈਂ 2017 ਤੋਂ ਲਗਾਤਾਰ ਇਹ ਮੰਗ ਕਰ ਰਿਹਾ ਹਾਂ। ਸਿੱਧੂ ਨੇ ਅਫਸਰਸ਼ਾਹੀ ਹਾਵੀ ਹੋਣ ਦੇ ਵੀ ਇਲਜ਼ਾਮ ਲਾਏ ਨੇ। ਉਹਨਾਂ ਨੇ ਕਿਹਾ ਹੈ ਕਿ ਅਫਸਰਾਂ ਨੇ ਚੁਣੇ ਹੋਏ ਮੰਤਰੀਆਂ ਨੂੰ ਸ਼ੋਅ ਪੀਸ ਬਣਾ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਲਗਾਤਾਰ ਜਿਸ ਅੰਦਾਜ਼ ਦੇ ਵਿੱਚ ਆਪਣੀਆਂ ਗੱਲਾਂ ਕਰਦੇ ਨੇ ਉਸੇ ਤਰੀਕੇ ਨਾਲ ਉਹਨਾਂ ਨੇ ਇੱਕ ਵਾਰੀ ਫੇਰ ਟਵੀਟ ਕੀਤਾ ਹੈ ਔਰ ਟਵੀਟ ਦੇ ਜ਼ਰੀਏ ਸਰਕਾਰ ਤੇ ਨਿਸ਼ਾਨੇ ਸਾਧੇ ਨੇ ਔਰ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਦੇ ਵਿੱਚ ਅਫਸਰਸ਼ਾਹੀ ਭਾਰੀ ਹੈ ਔਰ ਅਫਸਰਾਂ ਨੇ ਚੁਣੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਸ਼ੋਅ ਪੀਸ ਬਣਾ ਕੇ ਰੱਖ ਦਿੱਤਾ ਹੈ। ਬਿਜਲੀ ਸਮਝੌਤਿਆਂ ਨੂੰ ਲੈ ਕੇ ਦਰਅਸਲ ਨਵਜੋਤ ਸਿੰਘ ਸਿੱਧੂ ਵੱਲੋਂ ਇਹ ਸੋਸ਼ਲ ਮੀਡੀਆ ਤੇ ਆਪਣੀ ਪੋਸਟ ਸ਼ੇਅਰ ਕੀਤੀ ਗਈ ਹੈ ਔਰ ਉਹਨਾਂ ਨੇ ਕਿਹਾ ਹੈ ਕਿ ਮੈਂ ਲਗਾਤਾਰ 2017 ਤੋਂ ਇਹ ਮੁੱਦਾ ਚੁੱਕਦਾ ਆ ਰਿਹਾ ਹਾਂ ਪਰ ਅਫਸਰਸ਼ਾਹੀ ਜਿਹੜੀ ਹੈ ਉਹ ਸਰਕਾਰ ਤੇ ਹਾਵੀ ਹੋਈ ਹੈ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਫਸਰਸ਼ਾਹੀ ਨੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੂੰ ਸ਼ੋਅ ਪੀਸ ਬਣਾ ਕੇ ਰੱਖ ਦਿੱਤਾ ਹੈ। ਟਵੀਟ ਨਵਜੋਤ ਸਿੰਘ ਸਿੱਧੂ ਵੱਲੋਂ ਜੋ ਕੀਤਾ ਗਿਆ ਹੈ ਉਹ ਅਸੀਂ ਦੱਸ ਦਿੰਦੇ ਹਾਂ। ਟਵੀਟ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਲਿਖਿਆ ਹੈ ਬਾਦਲਾਂ ਦੇ ਦਸਤਖਤ ਕੀਤੇ ਬਿਜਲੀ ਸਮਝੌਤੇ ਪੰਜਾਬ ਨੂੰ ਲੁੱਟ ਰਹੇ ਨੇ ਤੇ ਇਹਨਾਂ ਵਿਰੁੱਧ ਕਾਨੂੰਨੀ ਵਿਕਲਪ ਸੀਮਤ ਹਨ ਕਿਉਂਕਿ ਇਹਨਾਂ ਸਮਝੌਤਿਆਂ ਨੂੰ ਮਾਨਯੋਗ ਅਦਾਲਤਾਂ ਵੱਲੋਂ ਸੁਰੱਖਿਆ ਮਿਲੀ ਹੋਈ ਹੈ। ਇਹਨਾਂ ਤੋਂ ਬਚਣ ਦਾ ਇੱਕੋ ਇੱਕ ਰਾਹ ਪੰਜਾਬ ਵਿਧਾਨ ਸਭਾ ਵੱਲੋਂ ਨਵਾਂ ਕਾਨੂੰਨ ਬਣਾਉਣਾ ਹੀ ਹੈ ਜੋ ਬਿਜਲੀ ਖਰੀਦ ਕੀਮਤਾਂ ਦੀ ਹੱਦ ਤੈਅ ਕਰੇ, ਪਿਛਲੀ ਸਥਿਤੀ ਵੀ ਬਹਾਲ ਕਰੇ ਤੇ ਇਹਨਾਂ ਲੋਕ ਵਿਰੋਧੀ ਸਮਝੌਤਿਆਂ ਨੂੰ ਰੱਦ ਕਰੇ। ਯਾਨੀ ਨਵਜੋਤ ਸਿੰਘ ਸਿੱਧੂ ਨੇ ਇਸ ਟਵੀਟ ਦੇ ਜ਼ਰੀਏ ਕਿਹਾ ਹੈ ਕਿ ਸੀਮਤ ਨੇ ਜਿਹੜਾ ਕਾਨੂੰਨੀ ਰਾਹ ਨੇ। ਦੂਸਰਾ ਟਵੀਟ ਉਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਵਿਧਾਨ ਸਭਾ 'ਚ ਬਿਜਲੀ ਖਰੀਦ ਸਮਝੌਤਿਆਂ ਤੇ ਵਾਈਟ ਪੇਪਰ ਲਿਆਂਦਾ ਜਾਣਾ ਚਾਹੀਦਾ ਹੈ ਤਾਂ ਕਿ ਇਹਨਾਂ ਭ੍ਰਿਸ਼ਟ ਸਮਝੌਤਿਆਂ ਨੂੰ ਕਲਮਬੱਧ ਕਰਨ ਵਾਲੇ ਬਾਦਲਾਂ ਤੇ ਹੋਰਾਂ ਨੂੰ ਲੋਕਾਂ ਦੀ ਕਚਹਿਰੀ 'ਚ ਜਵਾਬਦੇਹ ਬਣਾਇਆ ਜਾ ਸਕੇ। ਮੈਂ ਇਸ ਦੀ ਮੰਗ 2017 ਤੋਂ ਕਰ ਰਿਹਾ ਪਰ ਇਸ ਮਹਿਕਮੇ 'ਚ ਅਫਸਰਸ਼ਾਹੀ ਦੇ ਦਬਦਬੇ ਨੇ ਲੋਕਾਂ ਦੇ ਚੁਣੇ ਹੋਏ ਮੰਤਰੀਆਂ ਨੂੰ ਖੁੱਡੇ ਲਾ ਰੱਖਿਆ ਹੈ। ਇਹ ਦੋ ਟਵੀਟ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਗਏ ਨੇ।
ਪੰਕਜ ਕਬਾਹੀ ਸਾਡੇ ਸਹਿਯੋਗੀ ਜੁੜੇ ਨੇ ਹੋਰ ਗੱਲਬਾਤ ਦੇ ਲਈ। ਪੰਕਜ, ਨਵਜੋਤ ਸਿੰਘ ਸਿੱਧੂ ਦਾ ਵੀ ਫੋਕਸ ਆਪਾਂ ਕਿਹਾ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਥੋੜਾ ਹਟ ਕੇ, ਜੋ ਪਹਿਲਾਂ ਲਗਾਤਾਰ ਬੇਅਦਬੀ ਦੇ ਮੁੱਦੇ ਤੇ ਟਵੀਟ ਕਰਦੇ ਸੀ, ਅੱਜ ਕੱਲ ਬਿਜਲੀ ਦੇ ਮੁੱਦੇ ਤੇ ਟਵੀਟ ਕਰਨ ਲੱਗੇ ਨੇ। ਔਰ ਇੱਕ ਵਾਰੀ ਫਿਰ ਨਵਜੋਤ ਸਿੰਘ ਸਿੱਧੂ ਨੇ ਜਿਹੜੇ PPA ਪਾਵਰ ਪ੍ਰੋਜੈਕਟ ਐਗਰੀਮੈਂਟਸ ਨੇ ਉਹਨਾਂ ਤੇ ਸਵਾਲ ਚੱਕੇ ਨੇ। ਬਿਲਕੁਲ ਵਿਜੇ, ਕਿਉਂਕਿ ਜਦੋਂ ਤੋਂ ਅਰਵਿੰਦ ਕੇਜਰੀਵਾਲ ਨੇ 300 ਯੂਨਿਟ ਬਿਜਲੀ ਦੇਣ ਦਾ ਜ਼ਿਕਰ ਕੀਤਾ ਹੈ ਕਿ ਅਗਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਮੁਫਤ 300 ਯੂਨਿਟ ਬਿਜਲੀ ਦਿੱਤੀ ਜਾਏਗੀ, ਔਰ ਨਾਲ ਹੀ ਨਾਲ ਇਹ ਵੀ ਕਿਹਾ ਗਿਆ ਕਿ ਅਗਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਇਹਨਾਂ ਐਗਰੀਮੈਂਟ ਨੂੰ ਵੀ ਦੇਖਿਆ ਜਾਏਗਾ। ਉਸ ਤੋਂ ਬਾਅਦ ਅਸੀਂ ਦੇਖਿਆ ਕਿ ਬੇਅਦਬੀ ਦੇ ਨਾਲ ਨਾਲ ਪੰਜਾਬ 'ਚ ਇੱਕ ਵੱਡਾ ਮੁੱਦਾ ਬਿਜਲੀ ਦਾ ਬਣ ਗਿਆ। ਜਦੋਂ ਪੰਜਾਬ 'ਚ ਬਿਜਲੀ ਦਾ ਸੰਕਟ ਗਹਿਰਾ ਰਿਹਾ ਤਾਂ ਉਸ ਵੇਲੇ ਪ੍ਰਤਾਪ ਸਿੰਘ ਬਾਜਵਾ ਤੇ ਨਵਜੋਤ ਸਿੰਘ ਸਿੱਧੂ ਇੱਕ ਤੋਂ ਬਾਅਦ ਇੱਕ ਟਵੀਟ ਕਰ ਰਹੇ ਨੇ ਔਰ ਲਗਾਤਾਰ ਇਹ ਮੰਗ ਕਰ ਰਹੇ ਨੇ, ਜਿੱਥੇ ਮੁੱਖ ਮੰਤਰੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਸਮੀਖਿਆ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਨਾਲ ਇਹਨਾਂ ਸਮਝੌਤਿਆਂ ਨੂੰ ਰੱਦ ਕੀਤਾ ਜਾਵੇ, ਕਿਉਂਕਿ ਕੋਰਟ ਦੇ ਵਿੱਚ ਵੀ ਮਾਮਲਾ ਵਾ। ਤਾਂ ਹੁਣ ਨਵਜੋਤ ਸਿੰਘ ਸਿੱਧੂ ਨੇ 2 ਟਵੀਟ ਦੇ ਜ਼ਰੀਏ 2 ਅਹਿਮ ਗੱਲਾਂ ਕਹੀਆਂ ਨੇ। ਇੱਕ ਤਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ ਇਜਲਾਸ ਬੁਲਾਇਆ ਜਾਵੇ, ਨਵਾਂ ਕਾਨੂੰਨ ਬਣਾਇਆ ਜਾਵੇ ਔਰ ਇਹਨਾਂ ਬਿਜਲੀ ਖਰੀਦ ਕੀਮਤਾਂ ਦੀ ਹੱਦ ਜਿਹੜੀ ਉਹ ਤੈਅ ਕੀਤੀ ਜਾਵੇ। ਦੂਸਰਾ ਇਹ ਵੀ ਜ਼ਿਕਰ ਕੀਤਾ ਹੈ ਕਿ ਵਿਧਾਨ ਸਭਾ ਬੁਲਾ ਕੇ ਵਾਈਟ ਪੇਪਰ ਜਿਹੜਾ ਵਾ ਉਹ ਲਿਆਂਦਾ ਜਾਵੇ ਤਾਂ ਕਿ ਇਹਨਾਂ ਸਮਝੌਤਿਆਂ ਨੂੰ ਕਲਮਬੰਦ ਕਰਕੇ, ਔਰ ਇਸ ਦਾ ਜ਼ਿਕਰ ਵੀ ਕੀਤਾ ਹੈ ਕਿ ਪੰਜਾਬ ਦੇ ਵਿੱਚ ਅਫਸਰਸ਼ਾਹੀ ਹਾਵੀ ਹੈ। ਵਿਜੇ, ਸਵੇਰੇ ਸੁਖ ਸਰਕਾਰੀਆ ਦਾ ਵੀ ਇੰਟਰਵਿਊ ਕਰ ਰਹੇ ਸੀ, ਉਹ ਵੀ ਇਸ ਗੱਲ ਦਾ ਜ਼ਿਕਰ। ਚਲੋ ਠੀਕ ਹੈ ਪੰਕਜ, ਜਬ ਅਸੀਂ ਉਧਰ ਸੁਖਬੀਰ ਬਾਦਲ ਵੀ ਪ੍ਰੈਸ ਕਾਨਫਰੰਸ ਕਰ ਰਹੇ ਨੇ, ਸੁਣਦੇ ਹਾਂ ਸੁਖਬੀਰ ਬਾਦਲ ਕੀ ਕਹਿ ਰਹੇ ਨੇ। ਬਿਜਲੀ ਬਾਰੇ, ਬਿਜਲੀ ਦੀ ਸਥਿਤੀ ਕੀ ਹੈ, ਥਰਮਲ ਪਲਾਂਟ ਜਾਂ ਦੂਜੇ ਸੋਰਸ ਚੱਲ ਰਹੇ ਹੈ ਨਹੀਂ ਚੱਲ ਰਹੇ ਹੈ, ਕਿ ਪੁਰਾਣੀਆਂ ਐਗਰੀਮੈਂਟ ਠੀਕ ਹੈ ਨਹੀਂ ਠੀਕ ਹੈ। ਕਿਤੇ ਕਿਤੇ ਜਦੋਂ ਮੈਂ ਡਿਬੇਟ ਸੁਣਦਾ ਮੈਨੂੰ ਬੜੀ ਹੈਰਾਨੀ ਆਉਂਦੀ ਹੈ ਕਿ ਇੰਨੇ ਪੁਰਾਣੇ ਲੀਡਰ ਬਗੈਰ ਤੱਥਾਂ ਤੇ, ਬਗੈਰ ਡਿਟੇਲ ਗਏ, ਬਗੈਰ ਮੈਰਿਟ ਦੇਖੇ, ਪੋਲੀਟੀਕਲ ਸਟੇਟਮੈਂਟ ਦੇ ਕੇ ਆਪਣੇ ਆਪ ਨੂੰ ਲੀਡਰ ਪੇਸ਼ ਕਰਨਾ ਚਾਹੁੰਦੇ ਆ। ਨਿਸ਼ਾਨਾ ਕੀ ਹੈ ਤੇ ਨਿਸ਼ਾਨਾ ਕੀ ਹੋਣਾ ਚਾਹੀਦਾ ਹਰ ਪੋਲੀਟੀਕਲ ਪਾਰਟੀ ਦਾ ਜਿਹੜੀ ਸਰਕਾਰ ਬਣਾਏ ਜਾਂ ਜਿਹਨੇ ਬਣਾਉਣੀ ਹੈ, ਦਾਅਵਾ ਪੇਸ਼ ਕਰਦੀ ਹੈ ਕਿ ਪੰਜਾਬ ਦੀ ਜਨਤਾ ਨੂੰ 24 ਘੰਟੇ ਬਿਜਲੀ ਮਿਲੇ ਤੇ ਸਸਤੀ ਬਿਜਲੀ ਮਿਲੇ। ਆ 2 ਆਪਣੇ ਕੋਲੇ ਮੇਨ ਮਿਸ਼ਨ ਹੋਣੇ ਚਾਹੀਦੇ ਸੀ। ਪਰ ਅਫਸੋਸ ਇਸ ਗੱਲ ਦਾ ਜਿਹੜੇ ਲੋਕ ਬਿਆਨ ਦਿੰਦੇ ਆ, ਨਾ ਉਹ ਬਿਜਲੀ ਕਿਵੇਂ ਸਸਤੀ ਕਰਨੀ ਹੈ, ਨਾ ਉਹ ਬਿਜਲੀ ਕਿਵੇਂ ਪੂਰੀ ਕਰਨੀ ਉਹਦੇ ਬਿਆਨ ਦਿੰਦੇ ਆ। ਕੱਲੇ ਪੋਲੀਟੀਕਲ ਸਟੇਟਮੈਂਟ ਦੇ ਕੇ ਆਪਣੇ ਆਪ ਨੂੰ ਬੜਾ ਸਿਆਣਾ ਦਿਖਾਉਣਾ ਚਾਹੁੰਦੇ ਆ, ਵਿਦਆਊਟ ਮੈਰਿਟ, ਵਿਦਆਊਟ ਥਿੰਕਿੰਗ। ਮੈਂ ਅੱਜ ਸਾਰੇ ਪੰਜਾਬੀਆਂ ਨੂੰ ਪਿਛਲੇ ਤਕਰੀਬਨ 15-20 ਸਾਲ ਦਾ ਬਿਜਲੀ ਦਾ ਕੀ ਮਾਹੌਲ ਸੀ ਤੇ ਕਿੱਥੇ ਲੈ ਕੇ ਗਏ ਤੇ ਅੱਜ ਕੀ ਹਾਲਾਤ ਹੈ, ਮੈਂ ਸਾਰਿਆਂ ਨੂੰ ਦੱਸਣਾ ਚਾਹਣਾ। 2002 ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ 2002 ਚ। ਉਦੋਂ ਪੰਜਾਬ ਵਿੱਚ 6000 ਮੈਗਾਵਾਟ ਦੀ ਪ੍ਰੋਡਕਸ਼ਨ ਹੁੰਦੀ ਸੀ, ਬਿਜਲੀ ਪੈਦਾ ਪੰਜਾਬ ਕਰਦਾ 6000, ਤੇ ਸ਼ਾਰਟਫਾਲ ਸੀ ਬਹੁਤ ਵੱਡੀ। ਜਦੋਂ 2007 ਆਈ, ਜਦੋਂ 5 ਸਾਲ ਖਤਮ ਹੋਏ ਕੈਪਟਨ ਅਮਰਿੰਦਰ ਸਿੰਘ ਦੇ, ਬਿਜਲੀ ਦੀ ਡਿਮਾਂਡ 9000 ਮੈਗਾਵਾਟ ਬਣ ਗਈ। ਪ੍ਰੋਡਕਸ਼ਨ 6000 ਸੀ, ਡਿਮਾਂਡ 9000 ਬਣ ਗਈ। 5 ਸਾਲਾਂ ਚ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਨਵਾਂ ਥਰਮਲ ਪਲਾਂਟ ਜਾਂ ਕੋਈ ਸੋਲਰ ਜਾਂ ਕੋਈ ਵੀ ਸਾਧਨ ਨਹੀਂ ਬਣਾਇਆ ਜਿਹਦੇ ਨਾਲ ਕੋਈ ਬਿਜਲੀ ਪੈਦਾ ਹੋ ਜਾਏ। 1 ਮੈਗਾਵਾਟ 5 ਸਾਲਾਂ ਚ ਕੈਪਟਨ ਨੇ ਨਹੀਂ ਜੋੜਿਆ। ਹੋਇਆ ਕੀ ਉਹਦੇ ਬਾਅਦ ਤੁਸੀਂ ਜਾਣਦੇ ਹੋ, 2007 ਵਿੱਚ 8-8 ਘੰਟੇ ਬਿਜਲੀ ਦੇ ਘਰਾਂ ਦੇ ਕੱਟ ਲੱਗਦੇ ਸੀ।
ਟਿਊਬਵੈੱਲਾਂ ਨੂੰ ਮਸਾ 2-3 ਘੰਟੇ ਬਿਜਲੀ ਆਉਂਦੀ ਸੀ, 4-4 ਦਿਨ ਇੰਡਸਟਰੀ ਦੇ ਬਿਜਲੀ ਦੇ ਕੱਟ ਬੰਦੇ ਸੀ। 70% ਸਬ ਸਟੇਸ਼ਨ, ਜਿੰਨੇ ਵੀ ਸਬ ਸਟੇਸ਼ਨ ਓਵਰਲੋਡਡ ਸੀ। ਬਿਜਲੀ ਪੈਦਾ ਕਰਨੀ ਇੱਕ ਹੋਰ ਚੀਜ਼ ਹੈ, ਬਿਜਲੀ ਘਰ ਘਰ ਪਹੁੰਚਾਉਣੀ ਹੋਰ ਚੀਜ਼ ਹੈ। ਬਿਜਲੀ ਜਿੰਨੀ ਮਰਜ਼ੀ ਪੈਦਾ ਕਰ ਦਿਓ, ਪਰ ਤੁਹਾਡੇ ਕੋਲੇ ਜੇ ਇਨਫਰਾਸਟ੍ਰਕਚਰ ਘਰ ਘਰ ਪਹੁੰਚਾਉਣ ਦਾ ਨਹੀਂ, ਸਬ ਸਟੇਸ਼ਨ ਠੀਕ ਨਹੀਂ, ਕੈਪੈਸਿਟੀ ਦੇ ਨਹੀਂ, ਤੁਸੀਂ ਜਿੰਨੀ ਮਰਜ਼ੀ ਪ੍ਰੋਡਿਊਸ ਕਰ ਲਓ ਜਾਂ ਬਾਹਰੋਂ ਖਰੀਦਣ ਦੀ ਕੋਸ਼ਿਸ਼ ਕਰੋ, ਬਿਜਲੀ ਨਹੀਂ ਪਹੁੰਚਾ ਸਕਦੇ, ਕਿਉਂਕਿ ਤੁਹਾਡੇ ਗ੍ਰਿਡ ਛੋਟੇ ਹੈ। ਤੇ ਉਦੋਂ ਕੀ ਸੀ, 70% ਗ੍ਰਿਡ ਆਪਣੇ ਛੋਟੇ ਸੀ। ਆ ਹਾਲਾਤ ਸੀ ਪੰਜਾਬ ਦੀ, ਕ੍ਰਾਈਸਿਸ ਸੀ ਬਿਜਲੀ ਦਾ 2007 ਜਦੋਂ ਕੈਪਟਨ ਨੇ ਛੱਡਿਆ। ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਕਿ ਅਸੀਂ ਪੰਜਾਬ ਨੂੰ ਇੱਕ ਵੱਡੀ ਕ੍ਰਾਈਸਿਸ ਤੋਂ ਬਚਾਉਣਾ ਹੈ, ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਆਉਣਾ। ਤਰੱਕੀ ਤਾਂ ਹੋ ਸਕਦੀ ਹੈ ਜੇ ਬਿਜਲੀ ਹੋਏ। ਜਿਹੜੇ ਸੂਬੇ ਵਿੱਚ, ਜਿਹੜੇ ਦੇਸ਼ ਵਿੱਚ ਬਿਜਲੀ ਨਹੀਂ ਹੈ, ਉਹ ਤਰੱਕੀ ਨਹੀਂ ਕਰ ਸਕਦਾ। ਸੋ ਸਾਡਾ ਨੰਬਰ 1 ਮਿਸ਼ਨ ਕੀ ਸੀ ਕਿ ਬਿਜਲੀ ਪੈਦਾ ਕਰਨੀ ਹੈ, ਉਨੀ ਪੈਦਾ ਕਰਨੀ ਹੈ ਜਿਹਦੇ ਨਾਲ ਆਪਾਂ ਸਰਪਲਸ ਹੋ ਜਾਈਏ। ਉਸ ਟਾਈਮ ਸਾਡੇ ਕੋਲੇ 3 ਆਪਸ਼ਨ ਸੀ, 3 ਆਪਸ਼ਨ। ਇੱਕ ਆਪਸ਼ਨ ਸੀ ਕਿ ਅਸੀਂ ਆਪਣੇ ਥਰਮਲ ਪਲਾਂਟ ਲਈਏ, ਆਪ ਆਪਣੇ ਪੈਸਾ ਲਾ ਕੇ। ਦੂਜੀ ਥਰਮਲ ਸੀ ਅਸੀਂ ਬਾਹਰ ਅਗਰੀਮੈਂਟ ਕਰੀਏ, ਕਿਸੇ ਪੰਜਾਬ 'ਚ ਲਈਏ। ਦੂਜਾ ਸੀ ਕਿ ਬਾਹਰਲੇ ਸੂਬਿਆਂ 'ਚ ਜਿੱਥੇ ਇੱਥੇ ਥਰਮਲ ਪਲਾਂਟ ਬਣ ਰਹੇ ਆ, ਹਾਈਡਲ ਹੈ, ਉੱਥੇ ਅਗਰੀਮੈਂਟ ਕਰੀਏ। ਤੀਜੀ ਗੱਲ ਸੀ ਕਿ ਆਪਾਂ ਬਿਜਲੀ ਖਰੀਦੀਏ ਬਹੁਤ ਜ਼ਿਆਦੀ ਪੂਰੀ ਪਹੁੰਚਾਉਣ ਵਾਸਤੇ। ਹੁਣ ਇਹ ਤਿੰਨੇ ਆਪਸ਼ਨ ਜਦੋਂ ਅਸੀਂ ਸਟੱਡੀ ਕੀਤੇ, ਜਿਹੜੀ ਬਾਹਰੋਂ ਬਿਜਲੀ ਖਰੀਦ ਅਸੀਂ ਸਕਦੇ ਨਹੀਂ ਸੀ। ਕਿਉਂ? ਕਿਉਂਕਿ ਸਾਡਾ ਗ੍ਰਿਡ ਸਿਸਟਮ 70% ਓਵਰਲੋਡਡ ਸੀ। ਬਿਜਲੀ ਭਾਵੇਂ ਜਿੰਨੀ ਮਰਜ਼ੀ ਮਾਰਕੀਟ 'ਚ ਅਵੇਲੇਬਲ ਹੋਏ, ਅਸੀਂ ਖਰੀਦ ਹੀ ਨਹੀਂ ਸਕਦੇ ਸੀ, ਕਿਉਂਕਿ ਗ੍ਰਿਡ ਹੀ ਨਹੀਂ ਚੱਲਦੇ ਸੀ। ਉਹ ਅਪਗ੍ਰੇਡ ਕਰਨ ਵਾਸਤੇ 5000 ਕਰੋੜ ਦੀ ਲੋੜ ਸੀ, ਸਾਰੇ ਸਿਸਟਮ ਨੂੰ ਅਪਗ੍ਰੇਡ ਕਰਨ ਵਾਸਤੇ। ਦੂਜੀ ਗੱਲ ਕਿ ਜੇ ਆਪਾਂ ਬਾਹਰੋਂ ਖਰੀਦੀਏ, ਉਦੋਂ ਰੇਟ ਬਾਹਰ ਤੁਸੀਂ ਜਾਣਦੇ ਹੋ, ਉਦੋਂ ਬਿਜਲੀ ਉਸ ਸਮੇਂ 'ਚ 12 ਰੁਪਏ 13 ਰੁਪਏ ਯੂਨਿਟ ਮਿਲਦੀ ਹੁੰਦੀ ਸੀ, 14 ਰੁਪਏ ਯੂਨਿਟ ਮਿਲਦੀ ਹੁੰਦੀ ਸੀ। ਉਦੋਂ ਬਾਹਰਲੇ ਜਿਹੜੇ ਪਲਾਂਟ ਹੈ, ਜਿਹੜੇ ਕੋਈ ਕਿਤੇ ਲੱਗਿਆ, ਗੁਰਿਸਾ 'ਚ ਲੱਗਿਆ, ਕਿਤੇ ਲੱਗਿਆ, ਉਹ 9 ਰੁਪਏ ਦੀ ਅਗਰੀਮੈਂਟ ਕਰਦੇ ਸੀ, 10 ਰੁਪਏ ਦੀ ਅਗਰੀਮੈਂਟ ਕਰਦੇ ਸੀ। ਸੋ ਅਸੀਂ ਸੋਚਿਆ ਕਿ ਆਪਣੇ ਥਰਮਲ ਪਲਾਂਟ ਲਾਉਣਾ ਪੰਜਾਬ ਲਈ ਸਭ ਤੋਂ ਬਿਹਤਰ ਹੈ। ਸੋ ਜਦੋਂ ਫੈਸਲਾ ਕੀਤਾ ਆਪਣੇ ਪੰਜਾਬ 'ਚ ਥਰਮਲ ਪਲਾਂਟ ਆਪਣੇ ਲਾਈਏ, ਆਪਣੇ ਲਾਉਣ ਦਾ ਇੱਕ ਫਾਇਦਾ ਹੈ, ਫਿਰ ਆਪਾਂ ਦੂਜਿਆਂ ਤੇ ਨਿਰਭਰ ਨਹੀਂ। ਦੂਜੇ ਸਟੇਟ ਤੋਂ ਬਿਜਲੀ ਬੰਦ ਹੋ ਜਾਏ, ਆਪਣਾ ਬੰਦ ਹੋ ਜਾਊਗਾ। ਤੋ ਆਪਣੇ ਜੇ ਥਰਮਲ ਪਲਾਂਟ ਲਾਉਣੇ ਆ, ਉਹਦੇ ਵੀ ਸਾਡੇ ਕੋਲੇ 2 ਆਪਸ਼ਨ ਸੀ। ਇੱਕ ਆਪਸ਼ਨ ਕਿ ਅਸੀਂ ਆਪਣੇ ਪੈਸੇ ਤੋਂ ਲਾਈਏ, ਇੱਕ ਆਪਸ਼ਨ ਕਿ ਅਸੀਂ ਪ੍ਰਾਈਵੇਟ ਸੈਕਟਰ ਨੂੰ ਇਨਵੋਲਵ ਕਰੀਏ, ਪ੍ਰਾਈਵੇਟ ਸੈਕਟਰ ਨੂੰ ਇਨਵੋਲਵ ਕਰੀਏ। ਹੁਣ ਅਸੀਂ ਸਾਰੇ ਮਹਿਕਮੇ ਵਾਲੇ ਬੁਲਾਏ, ਅਫਸਰ ਬੁਲਾਏ, ਤੇ ਅਸੀਂ ਦੇਖਿਆ ਕਿ ਜਿਹੜੀ ਆ ਬਿਜਲੀ ਦੇ ਥਰਮਲ ਪਲਾਂਟ ਜੇ ਆਪਾਂ ਲਾਈਏ, ਆਪ ਕਿੰਨਾ ਪੈਸਾ ਚਾਹੀਦਾ ਹੈ? ਤਕਰੀਬਨ 22,000 ਕਰੋੜ ਰੁਪਇਆ ਚਾਹੀਦਾ ਸੀ ਉਦੋਂ। ਤੁਸੀਂ 2008-9-10 ਦੀ ਗੱਲ ਕਰ ਰਹੇ ਹਾਂ, 22,000 ਕਰੋੜ ਰੁਪਇਆ। ਤੇ ਉਹਦੇ ਨਾਲ ਜੇ ਆਪਾਂ ਬਿਜਲੀ ਥਰਮਲ ਪਲਾਂਟ ਲਾਈਏ, ਆਪਾਂ ਨੂੰ ਇਮੀਡੀਏਟਲੀ ਇਨਫਰਾਸਟ੍ਰਕਚਰ ਨੂੰ ਵੀ ਅਪਗ੍ਰੇਡ ਕਰਨਾ ਪੈਣਾ, ਸਾਰੇ ਗ੍ਰਿਡ ਨਾਲ ਨੂੰ ਵੀ ਠੀਕ ਕਰਨਾ ਪੈਣਾ। ਉਹਦੇ ਵਾਸਤੇ 5,000 ਕਰੋੜ ਹੋਰ ਚਾਹੀਦਾ ਸੀ। ਸਾਡੇ ਕੋਲੇ ਉਸ ਟਾਈਮ ਪੰਜਾਬ ਸਰਕਾਰ ਕੋਲੇ 20,000 ਕਰੋੜ ਤਾਂ ਹੈ ਨਹੀਂ ਸੀ। ਤੇ ਫਿਰ ਅਸੀਂ ਸੋਚਿਆ ਨੈਕਸਟ ਬੈਸਟ ਆਪਸ਼ਨ ਕੀ ਹੈ ਕਿ ਪ੍ਰਾਈਵੇਟ ਸੈਕਟਰ ਨੂੰ ਲਿਆਓ। ਪਰ ਉਹ ਪ੍ਰਾਈਵੇਟ ਸੈਕਟਰ ਦਾ ਮਤਲਬ ਪ੍ਰਾਈਵੇਟ ਨਹੀਂ ਹੈ। ਪ੍ਰਾਈਵੇਟ ਸੈਕਟਰ ਦਾ ਮਤਲਬ ਹੈ ਕਿ ਪੈਸਾ ਪ੍ਰਾਈਵੇਟ ਸੈਕਟਰ ਲਾਊਗਾ ਥਰਮਲ ਪਲਾਂਟਸ, ਪਰ ਉਹ ਥਰਮਲ ਪਲਾਂਟ ਸਰਕਾਰੀ ਹੋਊਗਾ। ਮਤਲਬ ਜਿਵੇਂ ਨੈਸ਼ਨਲ ਹਾਈਵੇ ਹੈ, ਨੈਸ਼ਨਲ ਹਾਈਵੇ ਹੈ ਸਰਕਾਰ ਦਾ, ਪ੍ਰਾਈਵੇਟ ਸੈਕਟਰ ਨੈਸ਼ਨਲ ਹਾਈਵੇ ਨੂੰ ਬਣਾਉਂਦਾ, ਆਪਣੇ ਕੋਲ ਪੈਸੇ ਲਾਉਂਦਾ, ਟੋਲ ਲਾ ਲੈਂਦਾ 15 ਸਾਲ ਵਾਸਤੇ, 20 ਸਾਲ ਵਾਸਤੇ, ਪਰ ਹੈ ਸਾਰਾ ਨੈਸ਼ਨਲ ਹਾਈਵੇ, ਨੈਸ਼ਨਲ ਹਾਈਵੇ ਰਹਿੰਦਾ। ਉਵੇਂ ਆ ਥਰਮਲ ਪਲਾਂਟ ਸਾਰੇ ਹੈ ਪੰਜਾਬ ਦੇ, ਕਿਉਂਕਿ ਜਿਹੜਾ ਪ੍ਰਾਈਵੇਟ ਸੈਕਟਰ ਨੇ ਪੈਸਾ ਲਾਊਗਾ ਉਹ ਕਿਤੇ ਬਾਹਰ ਵੇਚ ਨਹੀਂ ਸਕਦਾ। ਜੇ ਸਾਨੂੰ ਬਿਜਲੀ ਨਹੀਂ ਲੋੜ ਹੈ, ਅਸੀਂ ਕਹਿੰਦੇ ਬੰਦ, ਉਹਨੂੰ ਬੰਦ ਕਰਨਾ ਪੈਣਾ। ਜੇ ਅਸੀਂ ਕਹਾਂਗੇ ਚਾਲੂ, ਫਿਰ ਚਾਲੂ ਕਰਨਾ ਪੈਣਾ।
सो उस टाइम कांग्रेस की सरकार दिल्ली सी, उदों पूरे हिंदुस्तान में पावर की वड्डी क्राइसिस सी, सारे सूबियां में हाहाकार मची सी। तो सरदार मनमोहन सिंह प्राइम मिनिस्टर सी, उन्होंने पूरे देश के मिनिस्टरां की, फॉरेन मिनिस्टरां की मीटिंग सद के उन्होंने एक स्टैंडर्ड डॉक्यूमेंट पीपीए प्राइवेट सैक्टर यूनिट ਨੂੰ ਲਾਉਣ वास्ते गवर्नमेंट ऑफ इंडिया ने पूरे देश वास्ते एक स्टैंडर्ड पीपीए बनाया कि आप सारे पूरा देश इको एक तरह का एक अग्रीमेंट होए सारे जिन्हें प्राइवेट सैक्टर लाना है। सो जो पीपीए है उसकी हर क्लोज है वो सरदार मनमोहन सिंह की सरकार ने बनाया, तो उन्होंने साढ़े को हर स्टेट को भेजा कि जे तुसी प्राइवेट सैक्टर के प्लांट लाने हैं, आ फॉर्मैलिटी आ फॉर्मूला यूज करो। उस ही फॉर्मूला ते उदों पंजाब ने बिड की, अपने प्राइवेट सैक्टर प्लांट लियाते। उस टाइम 5 होर प्लांटां दी पूरे देश में उदों 7 प्लांट लगे सी। उस टाइम पंजाब 2 ते बाकी 4-5 दूजे सूबियां च। मैं थोनू खुशी ना कह सकदा कि जिहड़ा साडा प्लांट सी, जिहड़ा पंजाब दा ਜਿਹੜੇ प्लांट लगे उदों 7 चों सब तो सस्ती बिजली आपां नूं मिली पूरे देश विच। जिहड़ा तलवंडी साबो दा प्लांट सी वो ₹2.86 पर यूनिट ते बिजली उन्होंने अपने नाल 20 साल का एग्रीमेंट किया, ₹2.86। जिहड़ा राजपुरा प्लांट है वो 2 साल बाद लगे उहदे और ₹2.89 यूनिट उन्होंने सानू दिता पर यूनिट देने का। सानू ₹2.89 टू 2010 की गल कर रहे हैं। उदों यूपी विच खराचा विच एक जगह है, उत्थे थर्मल प्लांट यूपी सरकार ने लाया, वो ₹2.97 तो उन्होंने प्लांट मिलिया जो लाया उन्होंने। एक 12 जगह हैगी यूपी च, वो भी वो ₹3.02 ते यूनिट हुए। मैं अज कहना चाहना जदों दे साढ़े 2010 के बाद हिंदुस्तान जिन्ने भी थर्मल प्लांट लगे वो थर्मल प्लांट सारे ही पंजाब के थर्मल प्लांट, दोनों थर्मल प्लांट तो महंगी बिजली ते लगे है। पंजाब अज तक सब तो सस्ता है वो जिहड़े प्लांट लाए हैं। जी जो कैप्टन जो अच्छा एक होर भी दसना चाहना है, हुनी जिहड़ा मध्य प्रदेश ने 2020 अपना नवा प्लांट लाया, 2020 वो प्लांट थर्मल प्लांट ₹5.5 ते लाया, ₹5.5 ते अपना हैगा 286 20 साल वास्ते। आ जिहड़े लोग बयान करते हैं, भाषण देंदे है, स्टेटमेंटां देंदे है, फैक्ट्स उन्होंने पता नहीं। नाले एक होर वड्डी गल, जो कैप्टन अमरिंदर सिंह का राज सी वो तो 2002 तो 2007 32% सी अपने 32% डिस्ट्रीब्यूशन लॉसेस सी 32%। इन्ना इनएफिशिएंटली बिजली बोर्ड चलता सी उदों कि 32% बिजली के लॉसेस सी। तो जो असी टेक ओवर किया तो जो 2007 टेक ओवर किया तो 2017 जो खत्म हुई असी 32 तो घटा के 14% पे ले आए। एंड सानू बिजली बोर्ड नू मैनू याद है जब मैं मिनिस्टर सी पावर महकमे का, उदों मैनू पंजाब स्टेट नू बेस्ट पावर यूटिलिटी ऑफ द कंट्री पंजाब की इलैक्ट्रिसिटी बोर्ड नू दिता गया। मरे हुए प्लांट यूटिलिटी नू जो सब तो माड़ी पोजीशन ते सी उन्होंने सानू बेस्ट डिक्लेयर किया गया। डॉक्टर मनमोहन सिंह ने दिता, वो भी डॉक्टर मनमोहन सिंह की सरकार ने दिता सानू जो कांग्रेस का राज सी। हुण जिहड़ी गल है 2 क्वेश्चन 3 क्वेश्चन जिहड़े रोज उठाउंदे है जिन्ने आम आदमी पार्टी वाले ते कांग्रेस वाले है, वो 2-3 क्वेश्चन सवाल पूछते हैं। एक तो सवाल है जी कि देखो जी जिहड़े प्लांट लाए हैं बड़े महंगे लाए हैं। सो उसका जवाब तो मैं दे दिता है कि सब तो सस्ता प्लांट थर्मल 2007 तो लैके 2020 हो गई, सब तो सस्ते पंजाब दे है।
सस्ते रेट दे ਇਹ ਤੋਂ ਸਸਤੇ ਅੱਜ ਤੱਕ ਨਹੀਂ। ਸਾਡੇ ਕੋਲੇ ਉਦੋਂ ਆਪਸ਼ਨ ਸੀ ਕਿ ਸੋਲਰ ਲਾਈਏ। ਉਦੋਂ ਸੋਲਰ ਦਾ ਜਿਹੜਾ ਕਈ ਲੋਕ ਕਹਿੰਦੇ ਨਾ ਕਿ ਸੋਲਰ ਲਾਓ, ਕਿਉਂ ਨਹੀਂ ਲਾਏ? ਉਦੋਂ ਸੋਲਰ ਦਾ ਰੇਟ ਸੀ 18 ਰੁਪਏ, 19 ਰੁਪਏ, 23 ਰੁਪਏ ਯੂਨਿਟ। ਉਦੋਂ ਸੋਲਰ ਦੇ ਰੇਟ 23 ਰੁਪਏ ਯੂਨਿਟ ਸੀ। ਬਾਇਓਮਾਸ, ਕਈ ਲੀਡਰ ਕਹਿੰਦੇ ਆ ਆਪਣੇ ਆਪ ਨੂੰ ਬੜੇ ਸਿਆਣੇ ਕਿ ਬਾਇਓਮਾਸ ਦਾ ਲਾਉਣਾ ਚਾਹੀਦਾ ਸੀ। ਬਾਇਓਮਾਸ ਦੇ ਉਦੋਂ ਰੇਟ 9 ਰੁਪਏ, 10 ਰੁਪਏ, 11 ਰੁਪਏ ਸੀ ਤੇ ਅਸੀਂ ਜਿਹੜੇ ਥਰਮਲ ਪਲਾਂਟ ਲਾਏ 2 ਰੁਪਏ 89 ਪੈਸਾ। ਕੀ ਉਹ ਚਾਹੁੰਦੇ ਸੀ ਕਿ ਸੋਲਰ ਦਾ ਲਾਇਆ ਜਾਏ ਉਦੋਂ 18 ਰੁਪਏ? ਜੇ 18 ਰੁਪਏ ਅਸੀਂ ਲਾ ਲੈਂਦੇ ਜਾਂ ਬਾਇਓਮਾਸ ਉਦੋਂ ਲਾ ਲੈਂਦੇ ਤੇ ਅੱਜ ਮੈਨੂੰ ਲੱਗਦਾ ਤੁਹਾਡੇ ਰੇਟ 20 ਰੁਪਏ ਯੂਨਿਟ ਹੋਣਾ ਸੀ, ਜਿਹੜੇ ਇਹਨਾਂ ਨੂੰ ਸਮਝਦੇ ਨਹੀਂ। ਮੈਂ ਕਹਿੰਦਾ ਕਿ ਜੋ ਅਸੀਂ ਸੋਚ ਸਮਝ ਕੇ ਪੰਜਾਬ ਦੇ ਬਿਹਤਰੀ ਵਾਸਤੇ ਬੈਸਟ ਫੈਸਲਾ ਜੋ ਦੇਖਿਆ ਕਿ ਸਾਡਾ ਫਾਇਦਾ ਉਹ ਅਸੀਂ ਕੀਤਾ। ਹੁਣ ਦੂਜੀ ਗੱਲ ਇੱਕ ਜਿਹੜੀ ਆ ਬੜੀ ਬਾਰ-ਬਾਰ ਕਹਿੰਦੇ ਆ ਜੀ ਕਿ ਪ੍ਰਾਈਵੇਟ ਸੈਕਟਰ ਨੂੰ ਫਿਕਸ ਚਾਰजेस ਦਿੰਦੇ ਆ ਜੀ, ਬੰਦ ਪਲਾਂਟਾਂ ਨੂੰ ਫਿਕਸ ਚਾਰजेस ਦਿੰਦੇ ਆ। ਮੈਂ ਸਾਰਿਆਂ ਨੂੰ ਜਿਹੜੇ ਆ ਬਿਆਨ ਦਿੰਦੇ ਆ ਪਹਿਲੇ ਉਹਨਾਂ ਨੂੰ ਕਹਿਣਾ ਚਾਹਣਾ ਹੈ ਕਿ ਬਿਜਲੀ ਬੋਰਡ ਦੇ ਦਫ਼ਤਰ ਜਾ ਕੇ ਸਮਝ ਲੈਣ ਕਿ ਫਿਕਸ ਚਾਰजेस ਕੀ ਹੈ ਤੇ ਕਿਹਨੂੰ ਲੱਗੇ ਆ, ਕਿਹਨੂੰ ਨਹੀਂ ਲੱਗੇ। ਮੈਂ ਅੱਜ ਸਾਰੇ ਪੰਜਾਬੀਆਂ ਨੂੰ ਦੱਸਣਾ ਚਾਹਣਾ, ਭਾਵੇਂ ਸਰਕਾਰੀ ਬਿਜਲੀ ਪਲਾਂਟ ਹੈ, ਭਾਵੇਂ ਪ੍ਰਾਈਵੇਟ ਬਿਜਲੀ ਪਲਾਂਟ ਹੈ, ਭਾਵੇਂ ਤੁਸੀਂ ਕਿਸੇ ਵੀ ਪਲਾਂਟ ਬਾਹਰੋਂ ਬਿਜਲੀ ਅੱਜ ਐਕਸਚੇਂਜ ਤੋਂ ਖਰੀਦ ਲਓ, ਸਾਰਿਆਂ 'ਚ ਤੁਹਾਨੂੰ ਫਿਕਸ ਚਾਰजेस ਦੇਣੇ ਪੈਂਦੇ ਆ। ਜੇ ਤੁਹਾਡੀ ਬਾਹਰੋਂ ਖਰੀਦੀ ਤੁਸੀਂ 3 ਮਹੀਨੇ ਵਾਸਤੇ, ਫੋਰ ਐਗਜ਼ਾਮਪਲ 3 ਮਹੀਨੇ ਤੁਸੀਂ ਅਗਰੀਮੈਂਟ ਕਰ ਲਓ ਕਿ ਮੱਧ ਪ੍ਰਦੇਸ਼ ਦੇ ਇਸ ਪਲਾਂਟ ਤੋਂ ਮੈਂ 3 ਮਹੀਨੇ ਵਾਸਤੇ 4 ਰੁਪਏ ਦੀ ਯੂਨਿਟ ਲਵਾਂਗਾ, ਪਰ 2 ਮਹੀਨੇ ਬਾਅਦ ਕਹੋਗੇ ਮੈਨੂੰ ਨਹੀਂ ਚਾਹੀਦਾ, ਫਿਰ ਤੁਹਾਨੂੰ ਅਗਲੇ 2 ਮਹੀਨੇ ਦੇ ਫਿਕਸ ਚਾਰजेस ਉਹਨੂੰ ਦੇਣੇ ਪੈਣੇ, ਭਾਵੇਂ ਲਓ ਭਾਵੇਂ ਨਾ ਲਓ। ਹੁਣ ਮੈਂ ਤੁਹਾਨੂੰ ਦੱਸਣਾ ਚਾਹਣਾ ਫਿਕਸ ਚਾਰजेस ਬਾਰੇ। ਕਹਿੰਦੇ ਜੀ ਸਰਕਾਰੀ ਪਲਾਂਟ ਬੰਦ ਕਰਕੇ ਤੇ ਪ੍ਰਾਈਵੇਟ ਦੇ ਫਿਕਸ ਚਾਰजेस ਦੇ ਰਹੇ ਆ। ਰੈਗੂਲੇਟਰੀ ਕਮਿਸ਼ਨ ਦੀ ਮੈਂ ਜੋ ਡਾਟਾ ਦੇ ਰਿਹਾ, ਮੈਂ ਜੋ ਸਾਰਿਆਂ ਨੂੰ ਦੱਸ ਰਿਹਾ ਉਹ ਰੈਗੂਲੇਟਰੀ ਕਮਿਸ਼ਨ ਦੇ ਡਾਟਾ ਹੈ। ਆਫੀਸ਼ੀਅਲ ਪੰਜਾਬ ਸਰਕਾਰ ਦਾ ਰੈਗੂਲੇਟਰੀ ਕਮਿਸ਼ਨ ਜਿਹੜਾ ਬਣਾਇਆ ਗਿਆ ਹੈ, ਪਾਵਰ ਰੈਗੂਲੇਟਰੀ ਕਮਿਸ਼ਨ, ਉਹਦਾ ਆਫੀਸ਼ੀਅਲ ਡਾਟਾ ਹੈ। ਜਿਹੜਾ ਰਾਜਪੁਰਾ ਪ੍ਰਾਈਵੇਟ ਥਰਮਲ ਪਲਾਂਟ ਹੈ, ਇਹਦੇ ਫਿਕਸ ਚਾਰजेस ਹੈ 1 ਰੁਪਏ 54 ਪੈਸੇ। ਜੇ ਤੁਸੀਂ ਬਿਜਲੀ, ਕਿਉਂਕਿ ਫਿਕਸ ਚਾਰजेस ਕੀ ਹੁੰਦੇ ਆ ਕਿ ਤੁਸੀਂ ਕਹੋ, ਸਰਕਾਰ ਕਹੇ ਕਿ ਥਰਮਲ ਪਲਾਂਟ ਨੂੰ ਬੰਦ ਕਰ ਲਓ, ਸਾਨੂੰ ਬਿਜਲੀ ਨਹੀਂ ਚਾਹੀਦੀ। ਜੇ 2 ਮਹੀਨੇ ਵਾਸਤੇ ਬੰਦ ਰਹੂਗਾ, ਉਹ ਜਿਹੜੇ ਉੱਥੋਂ ਦੇ ਮੁਲਾਜ਼ਮ ਉਹਨੂੰ ਤਨਖਾਹ ਤਾਂ ਦੇਣੀ ਪੈਣੀ ਹੈ, ਉਹਨਾਂ ਨੂੰ ਆਪਣੇ ਫੈਕਟਰੀ ਦਾ ਵਿਆਜ ਤਾਂ ਦੇਣਾ ਪੈਣਾ, ਉਹਨਾਂ ਨੂੰ ਜੋ ਚੱਲਦਾ ਰਿਪੇਅਰ ਤਾਂ ਕਰਨਾ ਪੈਣਾ। ਸੋ ਉਹਨਾਂ ਫਿਕਸ ਚਾਰजेस ਹਰ ਕੰਟਰੈਕਟ ਭਾਵੇਂ ਪ੍ਰਾਈਵੇਟ ਆ ਭਾਵੇਂ ਆਪ ਉਹ ਦੇਣਾ ਹੀ ਪੈਂਦਾ। ਸੋ ਹਰ ਪਲਾਂਟ ਦਾ ਕੈਲਕੂਲੇਟ ਹੁੰਦਾ ਐਗਰੀਮੈਂਟ ਕਿੰਨਾ ਫਿਕਸ ਚਾਰजेस ਹੋਊਗਾ ਤੇ ਕਿੰਨਾ ਨਾ। ਸਰਕਾਰੀ ਪਲਾਂਟ ਜਿਹੜੇ ਆਪਣਾ ਲਹਿਰਾ ਮੁਹੰਮਦ ਹੈ, ਰੋਪੜ ਪਲਾਂਟ ਹੈ, ਉਹਨਾਂ ਦੇ ਵੀ ਫਿਕਸ ਚਾਰजेस ਸੈੱਟ ਹੈ। ਜੇ ਉਹਨਾਂ ਪਲਾਂਟਾਂ ਨੂੰ ਬੰਦ ਕਰ ਲਓ 2 ਮਹੀਨੇ ਵਾਸਤੇ, ਬਿਜਲੀ ਬੋਰਡ ਨੂੰ ਉਹਨਾਂ ਨੂੰ ਵੀ ਦੇਣਾ ਪੈਂਦਾ। ਤੇ ਮੈਂ ਤੁਹਾਨੂੰ ਅੱਜ ਦੱਸਦਾ, ਰਾਜਪੁਰਾ ਜਿਹੜਾ ਥਰਮਲ ਪਲਾਂਟ ਹੈ ਜਿਹੜਾ ਪ੍ਰਾਈਵੇਟ ਸੈਕਟਰ 'ਚ ਹੈ, 1 ਰੁਪਏ 54 ਪੈਸੇ ਉਹਦੇ ਫਿਕਸ ਚਾਰजेस ਹੈ। ਜੇ ਉੱਥੇ ਬਿਜਲੀ ਆਪਾਂ ਹਫਤੇ ਵਾਸਤੇ ਨਾ ਲਈਏ, ਫਿਰ ਹਫਤੇ ਵਾਸਤੇ ਉਹਨਾਂ ਨੂੰ ਦੇਣਾ ਪੈਣਾ। ਜਿਹੜਾ ਹੈਗਾ ਤਲਵੰਡੀ ਸਾਬੋ ਪ੍ਰਾਈਵੇਟ ਪਲਾਂਟ, ਉਹਦਾ 1.5 ਰੁਪਏ ਹੈ। ਤੇ ਜਿਹੜੇ ਸਰਕਾਰੀ ਪਲਾਂਟ ਹੈ 2 ਰੁਪਏ 35 ਪੈਸੇ ਫਿਕਸ ਚਾਰजेस ਹੈ। 2 ਰੁਪਏ 35। ਆ ਮੈਂ ਤੁਹਾਨੂੰ ਰੈਗੂਲੇਟਰੀ ਕਮਿਸ਼ਨ ਦੀ ਆ ਡਾਕੂਮੈਂਟ ਹੈ, ਮੈਂ ਤੁਹਾਨੂੰ ਦੱਸ ਦਿੰਦਾ 2019 ਤੇ 20 ਵਿੱਚ ਸਰਕਾਰੀ ਜਿਹੜੇ ਲਹਿਰਾ ਮੁਹੱਬਤ ਹੈ, ਰੋਪੜ ਥਰਮਲ ਪਲਾਂਟ ਹੈ ਤੇ ਬਠਿੰਡੇ ਵਾਲਾ ਇਹਨਾਂ ਨੇ ਬੰਦ ਕਰ ਦਿੱਤਾ ਐਕਟੀ, ਕਿਉਂਕਿ ਉਹਦੇ ਫਿਕਸ ਚਾਰजेस ਨਹੀਂ ਲੱਗ ਰਹੇ, ਕਿਉਂਕਿ ਉਹ ਤਾਂ ਜਮਾ ਹੀ ਡਿਸਮੈਂਟਲ ਕਰਤਾ, ਉਹਦੇ ਸਟਾਫ ਵੀ ਕਰਤਾ, ਇਸ ਕਰ ਸੈਲਰੀਜ਼ ਹੈ ਨਹੀਂ। 950 ਕਰੋੜ ਰੁਪਇਆ 19-20 ਉਹਨਾਂ ਨੇ ਫਿਕਸ ਚਾਰजेस ਸਰਕਾਰੀ ਪਲਾਂਟਾਂ ਨੂੰ, ਪੰਜਾਬ ਇਲੈਕਟ੍ਰਿਸਿਟੀ ਬੋਰਡ ਨੇ ਸਰਕਾਰੀ ਪਲਾਂਟਾਂ ਨੂੰ ਦਿੱਤੇ 950 ਕਰੋੜ। ਕੱਲੇ ਥਰਮਲ ਦੀ ਗੱਲ ਕਰ ਰਿਹਾ ਮੈਂ, ਕੱਲੇ ਥਰਮਲ ਦੀ। 2018-19 ਉਦੋਂ ਬਠਿੰਡਾ ਪਲਾਂਟ ਚੱਲਦਾ ਸੀ ਇਹਨਾਂ ਦਾ, ਉਦੋਂ 1230 ਕਰੋੜ ਰੁਪਇਆ ਉਹਨਾਂ ਨੇ ਦਿੱਤਾ, 1230 ਕਰੋੜ। 2017-18 1244 ਕਰੋੜ। 2016-17 ਵਿੱਚ 1600 ਕਰੋੜ ਰੁਪਇਆ
ਆਪਣੇ ਥਰਮਲ ਪਲਾਂਟਾਂ ਨੂੰ ਬਿਜਲੀ ਮਹਿਕਮੇ ਨੇ ਆਪਣੀ ਰੈਵਨਿਊ 'ਚ ਦਿੱਤਾ ਫਿਕਸ ਚਾਰजेस 2015-16 ਵਿੱਚ 1900 ਕਰੋੜ ਮੇਰਾ ਮੈਂ ਕਹਿੰਦਾ ਪਾਤ ਹੈ ਪਿਛਲੇ 5 ਸਾਲਾਂ 'ਚ ਤਕਰੀਬਨ 7000 ਕਰੋੜ ਰੁਪਇਆ ਫਿਕਸ ਚਾਰजेस ਇਹਨਾਂ ਨੇ ਦਿੱਤੇ ਹੈ। ਹੁਣ ਬਿਜਲੀ ਕੱਲੀ ਆਪਣੇ ਥਰਮਲ ਪਲਾਂਟ ਜਿਹੜੇ ਆਪਣੇ ਥਰਮਲ ਪਲਾਂਟ ਹੈ ਕੱਲੀ ਬਿਜਲੀ ਇਹਨਾਂ ਤੋਂ ਬਾਹਰੋਂ ਵੀ ਖਰੀਦਦੇ ਆ। ਆਪਾਂ ਯੂਪੀ ਹਿਮਾਚਲ ਵੈਸਟ ਬੰਗਾਲ ਝਾਰਖੰਡ ਜਿਵੇਂ ਦੁਰਗਾਪੁਰ ਉਹਨਾਂ ਦੇ ਆ ਉੱਥੇ ਵੀ ਆਹ ਲਿਸਟ ਹੈ ਫਿਕਸ ਚਾਰजेस ਦੀ ਨੈਸ਼ਨਲ ਗ੍ਰਿਡ ਤੋਂ ਫਿਕਸ ਚਾਰजेस ਦਾ। ਜੇ ਤੁਸੀਂ ਜਿਵੇਂ ਅੱਜ ਖਰੀਦੀਦਾ ਜੇ ਤੁਸੀਂ ਕਹੋਗੇ ਐਡਵਾਂਸ ਖਰੀਦੋਗੇ ਤੁਸੀਂ 6 ਮਹੀਨੇ ਵਾਸਤੇ ਖਰੀਦੋਗੇ ਜਾਂ 3 ਮਹੀਨੇ ਵਾਸਤੇ ਖਰੀਦੋਗੇ। ਬੈਂਕਿੰਗ ਮਤਲਬ ਹੋਰ ਹੈ। ਬੈਂਕਿੰਗ ਦਾ ਮਤਲਬ ਹੈ ਤੁਸੀਂ ਆਪਣੀ ਬਿਜਲੀ ਦੇ ਦਿਓ ਤੇ ਜਦੋਂ ਆਪਣੀ ਬਿਜਲੀ ਲੋੜ ਹੈ ਵਾਪਸ ਲਓ, ਉਹ ਗੱਲ ਹੋ ਰਿਹਾ, ਉਹ ਤਾਂ ਆਪਣੀ ਦੇਣੀ ਪੈਂਦੀ ਹੈ। ਪਰ ਜੇ ਤੁਸੀਂ ਖਰੀਦੋਗੇ ਅੱਜ ਤੁਸੀਂ ਖਰੀਦੋਗੇ ਨੈਸ਼ਨਲ ਗ੍ਰਿਡ ਤੋਂ ਕਿ 6 ਮਹੀਨੇ ਵਾਸਤੇ ਮੈਨੂੰ 2000 ਮੈਗਾਵਾਟ ਦਾ ਮੈਂ ਸਾਈਨ ਕੰਟਰੈਕਟ ਕਰਦਾ ਪਰ ਸਡਨਲੀ ਮੀਂਹ ਪੈ ਗਏ ਤੇ ਬਿਜਲੀ ਦੀ ਡਿਮਾਂਡ ਡਿੱਗ ਪਈ ਤੁਸੀਂ ਕਹਿੰਦੇ ਨਹੀਂ ਲੈਣਾ ਉਹ ਕਹਿਣਗੇ ਆਹ ਰੁਪਈਏ ਤਾਂ ਦੇਣੇ ਪੈਣੇ ਆ ਫਿਕਸ ਚਾਰजेस। ਸੋ ਆ ਜਿਹੜਾ ਕਨਸੈਪਟ ਹੈ ਜਿਹੜਾ ਇਹਨਾਂ ਨੇ ਆਮ ਆਦਮੀ ਪਾਰਟੀ ਕਾਂਗਰਸ ਨੇ ਤੇ ਜਿਹੜੇ ਵਿਰੋਧੀ ਆ ਜਿਨ੍ਹਾਂ ਨੂੰ ਨਾ ਕਿਤੇ ਕਾਗਜ਼ ਪੜ੍ਹੇ ਆ ਨਾ ਉਹਨਾਂ ਨੂੰ ਪਤਾ ਹੈ ਕਿਸੇ ਚੀਜ਼ ਬਾਰੇ ਐ ਪੋਲੀਟੀਕਲ ਸਟੇਟਮੈਂਟ ਦਿੰਦੇ ਆ। ਪਹਿਲੇ ਆਪਣੇ ਪੜ੍ਹ ਕੇ ਆਉਣ ਜਾ ਕੇ ਦੇਖਣ ਕਿ ਅਸਲੀਅਤ ਕੀ ਹੈ। ਫਿਕਸ ਚਾਰजेस ਕੁਝ ਵੀ ਚੀਜ਼ ਲਾਉਂਗੇ ਕੰਟਰੈਕਟ ਤੇ ਪਰ ਜੇ ਉਹ ਕੰਟਰੈਕਟ ਦੇ ਵਿੱਚ ਤੁਸੀਂ ਨਹੀਂ ਲਾਉਂਗੇ ਉਨੇ ਦਿਨ ਵਾਸਤੇ ਉਹਨਾਂ ਨੂੰ ਮਿਨੀਮਮ ਫਿਕਸ ਚਾਰजेस ਉਹਨਾਂ ਨੂੰ ਦੇਣੇ ਪੈਣੇ ਆ। ਸੋ ਆਹ ਗੱਲ ਤਾਂ ਮੈਂ ਕਰਨਾ ਚਾਹਣਾ। ਸਰਪਲਸ ਤੋਂ ਹੁਣ ਪ੍ਰੋਬਲਮ ਕਿਉਂ ਆਈ ਹੈ? ਅੱਛਾ ਹੁਣ ਅਸਲੀ ਗੱਲ ਕੀ ਹੈ? ਹੁਣ ਪ੍ਰੋਬਲਮ ਕਿਉਂ ਆਈ ਹੈ? ਮਕਸਦ ਕੀ ਸੀ ਬਾਦਲ ਸਾਹਿਬ ਦਾ ਤੇ ਸਾਡਾ ਮਕਸਦ ਕੀ ਸੀ? ਪੰਜਾਬ ਵਿੱਚ ਘਰ ਘਰ ਵਿੱਚ ਬਿਜਲੀ ਪਹੁੰਚਾਈਏ, ਸਰਪਲਸ ਬਿਜਲੀ ਪਹੁੰਚਾਈਏ, ਸਸਤੀ ਬਿਜਲੀ ਪਹੁੰਚਾਈਏ। ਅਸੀਂ ਜੋ ਥਰਮਲ ਪਲਾਂਟ ਲਾਏ ਭਾਵੇਂ ਪ੍ਰਾਈਵੇਟ ਹੈ ਭਾਵੇਂ ਕੁਛ ਹੈ ਸਭ ਤੋਂ ਸਸਤੇ ਹਿੰਦੁਸਤਾਨ 'ਚ ਸਾਡੇ ਸਸਤੇ ਥਰਮਲ ਪਲਾਂਟ ਹੈ। ਦੂਜੀ ਗੱਲ ਅਸੀਂ ਸਾਡੇ ਟਾਈਮ 'ਚ ਅਸੀਂ ਜਿਹੜਾ ਮੈਂ ਗੱਲ ਕੀਤੀ ਸੀ ਇਨਫਰਾਸਟ੍ਰਕਚਰ ਦੀ 5000 ਕਰੋੜ ਰੁਪਇਆ ਤਕਰੀਬਨ ਅਸੀਂ ਲਾਇਆ ਸਾਰੇ ਗ੍ਰਿਡਾਂ ਨੂੰ ਅਪਗ੍ਰੇਡ ਕਰਨ ਵਾਸਤੇ। ਸਾਰਾ ਪਾਵਰ ਦਾ ਇਨਫਰਾਸਟ੍ਰਕਚਰ ਅਸੀਂ ਟੌਪ ਲੈਵਲ ਤੇ ਲੈ ਕੇ ਜੇ ਫॉर ਐਗਜ਼ਾਮਪਲ ਅਸੀਂ 5000 ਕਰੋੜ ਨਾ ਲਾਉਂਦੇ ਅੱਜ ਉਹ ਹਾਲਾਤ ਹੁੰਦੀ ਕੈਪਟਨ ਸਾਹਿਬ ਚਾਹੁੰਦੇ ਭਾਵੇਂ 10000 ਕਰੋੜ ਖਜ਼ਾਨੇ ਚੋਂ ਕੱਢ ਕੇ ਕਿ ਸਾਨੂੰ 5000 ਮੈਗਾਵਾਟ ਬਿਜਲੀ ਚਾਹੀਦੀ ਹੈ ਖਰੀਦ ਨਹੀਂ ਸਕਦੇ ਸੀ ਕਿਉਂਕਿ ਆਉਣੀ ਨਹੀਂ ਸੀ ਗ੍ਰਿਡ ਸਿਸਟਮ ਹੀ ਹੈ ਨਹੀਂ ਸੀ। ਸਾਨੂੰ ਵਧਾਈ ਦੇਣੀ ਚਾਹੀਦੀ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਜੋ ਅਸੀਂ ਕੰਮ ਕਰ ਗਏ ਨਾ ਪਹਿਲੇ ਹੋਇਆ ਪੰਜਾਬ 'ਚ ਨਾ ਇਹਨਾਂ ਨੇ ਕੀਤਾ। 5000 ਕਰੋੜ ਲਾ ਕੇ ਆਏ ਜਾਂ ਨੈਟਵਰਕ ਕੀਤਾ ਗ੍ਰਿਡਾਂ ਦਾ ਸਿਸਟਮ ਕਿ ਅੱਜ ਸਾਰੇ ਗ੍ਰਿਡ ਓਵਰਲੋਡ ਦੀ ਬਗੈਰ ਅੰਡਰਲੋਡਡ ਹੈ। ਤਾਈਓ ਤੁਸੀਂ ਦੇਖਿਆ ਹੁਣ ਬਿਜਲੀ ਅਸੀਂ ਆਪਣੇ ਟੈਨਿਓਰ 'ਚ ਜੋ ਵਾਅਦਾ ਕੀਤਾ ਪੂਰੀ ਕੀਤੀ, ਬਿਜਲੀ ਸਰਪਲਸ ਕੀਤੀ, ਸਸਤੀ ਕੀਤੀ। ਅਸੀਂ ਟਿਊਬਲਾਂ ਦੇ ਬਿੱਲ ਮਾਫ ਕੀਤੇ, 200 ਗਰੀਬ ਨੂੰ 200 ਯੂਨਿਟ ਬਿਜਲੀ ਮਾਫ ਕੀਤੀ, BC ਨੂੰ ਬਿਜਲੀ ਮਾਫ ਕੀਤੀ। ਇੰਡਸਟਰੀ ਦੇ ਰੇਟ ਉਸ ਟਾਈਮ ਸਾਰੇ ਹਿੰਦੁਸਤਾਨ ਤੋਂ ਸਭ ਤੋਂ ਘੱਟ ਦਿੱਤੇ ਤੇ ਐਫੀਸ਼ੀਐਂਟਲੀ ਬਿਜਲੀ ਆਉਂਦੀ ਸੀ। ਪਰ ਕਾਂਗਰਸ ਨੇ ਕੀ ਕੀਤਾ? ਔਨਸਾਰ ਆਹ ਕਹਾਣੀ ਅੱਜ ਹਾਲਾਤ ਕਿਉਂ ਵਿਗੜੇ ਆ? ਜਿਵੇਂ ਮੈਂ ਕਿਹਾ ਹਰ ਸਾਲ ਤਕਰੀਬਨ 500 ਮੈਗਾਵਾਟ ਬਿਜਲੀ ਹਰ ਸਾਲ ਡਿਮਾਂਡ ਵੱਧਦੀ ਹੈ। ਜਿਵੇਂ 2017 ਜਦੋਂ ਅਸੀਂ ਛੱਡਿਆ ਉਦੋਂ 12500 ਮੈਗਾਵਾਟ ਸਾਡੀ ਡਿਮਾਂਡ ਸੀ ਪੰਜਾਬ ਦੀ। ਜਦੋਂ ਅਸੀਂ ਉਦੋਂ 13,500 ਤੋਂ ਵੱਧ ਅਸੀਂ ਪ੍ਰੋਡਿਊਸ ਕਰਦੇ ਸੀ, ਸਾਡਾ ਸਰਪਲਸ ਸੀ, ਕੋਈ ਕੱਟ ਨਹੀਂ ਸੀ, ਕੋਈ ਤੁਹਾਨੂੰ ਜਨਰੇਟਰ ਲਾਉਣ ਦੀ ਲੋੜ ਨਹੀਂ ਸੀ। ਨਾਲੇ ਵੱਡੀ ਗੱਲ ਹੈ ਜਨਰੇਟਰ ਤੁਸੀਂ ਲਾਏ ਹੁੰਦੇ ਸੀ ਉਦੋਂ ਤੁਸੀਂ ਇੱਕ ਜਨਰੇਟਰ ਤੋਂ ਬਿਜਲੀ 16 ਰੁਪਏ 17 ਰੁਪਏ 18 ਰੁਪਏ ਦੀ ਪੈਂਦੀ ਸੀ। ਜਿਹੜੇ ਤੁਹਾਡੇ ਘਰਾਂ 'ਚੋਂ ਅਸੀਂ ਘਰਾਂ ਤੋਂ ਜਨਰੇਟਰ ਵੀ ਘਟਾ ਦਿੱਤੇ ਤੇ ਉਹ ਜਿਹੜੇ ਦੂਜੇ ਹੈਗੇ ਇਨਵਰਟਰ ਵੀ ਘਟਾਤੇ। ਹੁਣ ਕੀ ਹੋਇਆ ਪਿਛਲੇ 5 ਸਾਲਾਂ 'ਚ 12500 ਮੈਗਾਵਾਟ ਸਾਡੀ ਬਿਜਲੀ ਸੀ, ਅਸੀਂ 13000 ਪ੍ਰੋਡਿਊਸ ਕਰਦੇ ਸੀ, 500 ਮੈਗਾਵਾਟ ਸਾਡੀ ਸਰਪਲਸ ਸੀ। ਹਰ ਸਾਲ 500 ਮੈਗਾਵਾਟ ਹੋਰ ਵੱਧਦੀ ਹੈ। ਅੱਜ 4.5 ਸਾਲ ਬਾਅਦ ਤੁਸੀਂ ਅਖਬਾਰ 'ਚ ਵੀ ਦੇਖਿਆ ਹੋਣਾ ਅੱਜ ਡਿਮਾਂਡ 14500 ਹੈ ਬਿਜਲੀ ਦੀ ਡਿਮਾਂਡ ਮੈਗਾਵਾਟ 14500 ਮੈਗਾਵਾਟ ਪਰ ਪ੍ਰੋਡਕਸ਼ਨ ਤਾਂ ਉਨੀ ਹੈ 13000। ਕੈਪਟਨ ਨੇ ਤਾਂ ਇੱਕ ਯੂਨਿਟ ਹੀ ਨਹੀਂ ਬਣਾਇਆ, ਇੱਕ ਨਵਾਂ ਐਡ ਵੀ ਨਹੀਂ ਕੀਤਾ। ਐਡ ਕੀ ਕਰਨਾ ਸੀ
ਬਠਿੰਡੇ ਦਾ ਥਰਮਲ ਪਲਾਂਟ ਬੰਦ ਕਰ ਦਿੱਤਾ, ਰੋਪੜ ਦੇ 2 ਯੂਨਿਟ ਬੰਦ ਕਰ ਦਿੱਤੇ। ਨਾਲੇ ਹੋਰ ਗੱਲ ਹੈ, ਜਿਹੜਾ ਤਲਵੰਡੀ ਸਾਬੋ ਦਾ ਪ੍ਰਾਈਵੇਟ ਪਲਾਂਟ ਹੈ ਉਹਦੇ 1 ਯੂਨਿਟ ਬੰਦ ਹੋਏ ਨੂੰ ਮਤਲਬ 4 ਮਹੀਨੇ ਹੋ ਗਏ, 5 ਮਹੀਨੇ, ਮਾਰਚ ਦਾ ਬੰਦ ਹੈ। ਕੈਪਟਨ ਨੇ ਨਹੀਂ ਚਿੱਠੀ ਕੀ ਲਿਖੀ ਆ, ਪਤਾ ਕੀਤਾ ਕਿ ਸਾਡਾ ਹੁਣ ਗਰਮੀਆਂ ਆਉਣ ਲੱਗੀ ਆ, ਝੋਨੇ ਦਾ ਸੀਜ਼ਨ ਹੈ, ਕੋਈ ਆਟ ਕਰੋ। ਹੁਣ ਦੂਜਾ ਵੀ ਰੋਪੜ ਦਾ ਬੰਦ ਹੋ ਗਿਆ। ਕਾਰਨ ਅੱਜ ਜੋ ਤਬਾਹੀ ਲਿਆਂਦੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਨਲਾਇਕੀ ਹੈ। ਜਿਵੇਂ 2002 ਤੋਂ 2007 ਬਿਜਲੀ ਦੀ ਸ਼ਾਰਟੇਜ ਕੈਪਟਨ ਨੇ ਕਰਕੇ ਹੋਈ ਹੈ, ਅੱਜ ਤੁਹਾਡੀਆਂ ਘਰਾਂ 'ਚ ਘੱਟ ਹੈ। ਇੰਡਸਟਰੀ ਬੰਦ ਕਰਤੀ 3 ਦਿਨ। ਦੇਖੋ ਅਰਬਾਂ ਰੁਪਏ ਦਾ ਨੁਕਸਾਨ ਪੰਜਾਬ ਦੀ ਇੰਡਸਟਰੀ ਦਾ, ਵਪਾਰ ਦਾ ਹੋ ਗਿਆ। ਜੇ ਕੈਪਟਨ ਅਮਰਿੰਦਰ ਸਿੰਘ ਨਲਾਇਕ ਨਾ ਹੁੰਦਾ, ਜੇ ਸਾਡੀ ਸਰਕਾਰ ਹੁੰਦੀ ਤੇ ਲਗਾਤਾਰ ਅਸੀਂ ਹੋਰ ਪਲਾਂਟ ਹਰ 2 ਸਾਲ 3 ਸਾਲ ਬਾਅਦ ਐਡ ਕਰਦੇ ਨੇ ਜੀ, 500 600। ਜਦੋਂ ਅਸੀਂ ਲਾਇਆ ਤਾਂ ਸਾਨੂੰ ਤਾਂ 4-5 ਹਜ਼ਾਰ ਮੈਗਾਵਾਟ ਲਾਉਣਾ ਪਿਆ ਇੱਕਦਮ, ਕਿਉਂਕਿ ਇੰਨੀ ਸੀ। ਹੁਣ ਤਾਂ ਕੱਲੇ 500 600 ਮੈਗਾਵਾਟ ਹਰ 3 ਸਾਲ ਬਾਅਦ ਲਾਈ ਚਲੋ, ਤੁਹਾਡਾ 4 ਸਾਲ ਬਾਅਦ ਲਾਈ ਜਾਓ, ਆਟੋਮੈਟਿਕ ਤੁਹਾਡੀ ਡਿਮਾਂਡ ਪੂਰੀ ਹੁੰਦੀ ਹੈ। ਹੁਣ ਇਹਨਾਂ ਨੇ ਨਾਲੇ ਵੱਡੀ ਗੱਲ ਹੈ, ਹੁਣ ਇਹਨਾਂ ਕੋਲੇ ਇੱਕ ਆਪ ਗੱਲ ਕੀਤੀ, ਦੂਜੀ ਬਿਜਲੀ ਬੋਰਡ ਨੂੰ ਪੈਸਾ ਹੀ ਨਹੀਂ ਦਿੱਤਾ। 5000 ਕਰੋੜ ਰੁਪਇਆ ਬਿਜਲੀ ਬੋਰਡ ਦਾ ਪੰਜਾਬ ਸਰਕਾਰ ਨੇ ਸਬਸਿਡੀ ਦੇਣੀ ਹੈ, ਨਹੀਂ ਦਿੱਤਾ। ਮੈਂ ਚੇਅਰਮੈਨ ਨੂੰ ਪੁੱਛਿਆ, ਮੈਂ ਕਿਹਾ ਤੁਸੀਂ ਰਿਪੇਅਰ ਕਿਉਂ ਨਹੀਂ ਕਰ ਰਹੇ? ਟਰਾਂਸਫਾਰਮਰ ਫੁਕੇ ਪਏ ਹੈ, ਤੁਸੀਂ ਠੀਕ ਕਿਉਂ ਨਹੀਂ ਕਰ ਰਹੇ? ਲਾਈਨਾਂ ਟੁੱਟੀਆਂ ਪਈਆਂ, ਠੀਕ ਨਹੀਂ ਕਰ ਕਿ ਸਾਡੇ ਕੋਲ ਪੈਸੇ ਹੀ ਹੈ ਨਹੀਂ। ਪੰਜਾਬ ਸਰਕਾਰ ਨੇ ਸਾਨੂੰ 5000 ਕਰੋੜ ਰੁਪਏ ਦੇਣਾ ਤੇ ਹਲੇ ਤੱਕ ਨਹੀਂ ਦਿੱਤਾ। ਪੰਜਾਬ ਸਰਕਾਰ ਦੇ ਦਫ਼ਤਰਾਂ ਦੇ ਬਿਜਲੀ ਦੇ ਬਿੱਲ 2200 ਕਰੋੜ ਦੇ ਹੈ, ਜਿਹੜੇ ਪੰਜਾਬ ਸਰਕਾਰ ਦੇ ਦਫ਼ਤਰਾਂ ਨੇ ਨਹੀਂ ਦਿੱਤੇ ਬਿਜਲੀ ਬੋਰਡ ਨੂੰ। ਹੁਣ ਇੱਕ ਬਿਜਲੀ ਬੋਰਡ ਦਾ ਤੁਸੀਂ 7200 ਕਰੋੜ ਰੁਪਇਆ ਮਾਰ ਲਓ। ਆਹੀ ਕਾਰਨ ਹੈ ਕਿ ਅੱਜ ਤੁਹਾਡੇ ਸਾਰੇ ਟਰਾਂਸਫਾਰਮਰ ਫੁੱਕ ਗਏ, ਸਾਰਾ ਫੁੱਕ ਗਿਆ, ਕੋਈ ਵਾਲੀਬਾਰਸ ਨਹੀਂ। ਆ ਕਾਰਨ ਇਸ ਕਰਕੇ। ਸੋ ਜਿਹੜੀ ਅੱਜ ਹਾਲਾਤ ਬਣੀ ਹੈ, ਬਣੀ ਇਸ ਲਈ ਹੈ ਕਿ ਇਹਨਾਂ ਦੀ ਨਲਾਇਕੀ ਕਰਕੇ। ਹੁਣ ਆ ਕਹਿੰਦੇ ਆ ਕਿ ਅਸੀਂ ਆ ਪੁਰਾਣੇ ਪੀਪੀਏ ਸਾਰੇ ਕੈਂਸਲ ਕਰਨੇ ਆ, ਕਰ ਦਿਓ। 4500 ਮੈਗਾਵਾਟ ਬਿਜਲੀ ਦੇ ਪੀਪੀਏ ਕਰ ਦਿਓ ਕੈਂਸਲ, ਸਾਨੂੰ ਕੋਈ ਫਿਕਰ ਨਹੀਂ, ਜ਼ਿੰਮੇਵਾਰੀ ਤੁਹਾਡੀ ਹੈ, ਕੈਂਸਲ ਕਰ ਦਿਓ। ਜੋ ਫੈਸਲਾ ਕਰਨਾ ਹੈ। 4.5 ਸਾਲ ਕਿਉਂ ਨਹੀਂ ਕੀਤੇ ਪਹਿਲੇ? ਹੁਣ ਕਿਉਂ ਤੁਸੀਂ ਪੋਲੀਟੀਕਲ ਸਟੇਟਮੈਂਟ ਦੇਨੇ ਹੋ? ਜੇ ਕਰਨਾ ਕਰੋ, ਹਿੰਮਤ ਰੱਖੋ ਕਰਨ ਵਾਸਤੇ, ਪਰ ਪੰਜਾਬੀਆਂ ਨੂੰ ਨਾਲ ਦੇ ਨਾਲ 4500 ਮੈਗਾਵਾਟ ਦਾ ਇੰਤਜ਼ਾਮ ਵੀ ਕਰਕੇ ਦੱਸੋ ਕਿ ਜੇ ਹੁਣ ਤਾਂ ਤੁਹਾਨੂੰ 8-8 ਘੰਟੇ 4-4 ਘੰਟੇ ਬਿਜਲੀ ਕੱਟ ਹੈ, 4000 ਮੈਗਾਵਾਟ ਹੋਰ ਕੈਂਸਲ ਕਰ ਦਿਓ। ਤੁਹਾਡੇ ਕੋਲੇ ਮਤਲਬ ਇੱਕ ਦਿਨ ਬਿਜਲੀ ਆਇਆ ਕਰੂ ਤੇ ਇੱਕ ਦਿਨ ਘਰਾਂ 'ਚ ਨਹੀਂ ਆਉਂਦੀ। ਕਹਿਣਾ ਬੜਾ ਸੌਖਾ ਹੈ। ਇਸ ਕਰਕੇ ਅਸੀਂ ਜੋ ਫੈਸਲਾ ਕਰਨਾ ਚਾਹੁੰਦੇ ਆ, ਪਰ ਹਿੰਮਤ ਰੱਖਣ ਕਰਨ ਵਾਸਤੇ ਐ ਇਕੱਲੇ ਪੋਲੀਟੀਕਲ ਸਟੇਟਮੈਂਟ ਨਾ ਕਰਨ। ਜੋ ਫੈਸਲਾ ਕਰਨਾ ਹੈ ਪੰਜਾਬ ਨੂੰ ਹਿੱਤ ਦੇਖ ਕੇ ਕਰੋ, ਪੰਜਾਬੀਆਂ ਦੇ ਹਿੱਤ ਨੂੰ ਦੇਖ ਕੇ ਦੇਖੋ, ਵਪਾਰ ਦੇ ਹਿੱਤ ਨੂੰ ਦੇਖ ਕੇ ਕਰੋ, ਕੱਲੀ ਪੋਲੀਟੀਕਲ ਸਟੇਟਮੈਂਟ ਨਾ ਕਰੋ। ਅਸੀਂ ਤੁਹਾਡੇ ਨਾਲ ਆ, ਅਸੀਂ ਕੋਈ ਆਬਜੈਕਟ ਨਹੀਂ ਕਰਾਂਗੇ, ਪਰ ਜ਼ਿੰਮੇਵਾਰੀ ਤੁਹਾਡੀ ਹੋਣੀ ਚਾਹੀਦੀ ਹੈ। ਮੁੱਖ ਮੰਤਰੀ, ਕਿਉਂਕਿ ਮੁੱਖ ਮੰਤਰੀ ਸੂਬੇ ਦਾ ਮੁੱਖ ਮੰਤਰੀ ਹੈ, ਫੈਸਲਾ ਉਹਦਾ ਹੋਣਾ ਚਾਹੀਦਾ ਕਿ ਪੰਜਾਬੀਆਂ ਵਾਸਤੇ ਕੀ ਬਿਹਤਰ ਹੈ। ਪਰ ਅੱਜ ਦੀ ਤਰੀਕ 'ਚ ਕੋਈ ਵੀ ਥਰਮਲ ਪਲਾਂਟ ਲੱਗੂਗਾ ਉਹ 5-5.5 ਰੁਪਏ ਤੋਂ ਘੱਟ ਨਹੀਂ ਲੱਗੂਗਾ, ਜਿਹੜਾ ਇੱਕ ਵੀ ਥਰਮਲ ਪਲਾਂਟ। ਇਸ ਕਰਕੇ ਮੈਂ ਆਹੀ ਕਹਿਣਾ ਚਾਹਣਾ ਕਿ ਆ ਜਿਹੜੀ ਸਾਰੀ ਗੱਲ ਕੰਟਰੋਵਰਸੀ ਹੈ, ਮੈਂ ਸਾਰੇ ਪੰਜਾਬੀਆਂ ਨੂੰ ਅੱਜ ਕਿਉਂ ਸਾਹਮਣੇ ਆਇਆ, ਮੇਰਾ ਮਨ ਨਹੀਂ ਸੀ ਆਉਣ ਦਾ, ਪਰ ਝੂਠ ਤੇ ਝੂਠ ਬਾਰ-ਬਾਰ ਝੂਠ ਬੋਲੀ ਜਾਂਦੇ ਆ। ਸਿਆਣੇ ਕਹਿੰਦੇ ਆ ਜੋ 100 ਝੂਠ ਬੋਲੋ ਤਾਂ ਸੱਚ ਲੱਗਣ ਲੱਗ ਜਾਂਦਾ। ਆਮ ਲੋਕਾਂ ਨੂੰ ਗੁੰਮਰਾਹ ਕਰਨ ਲੱਗੇ, ਅਸਲੀਅਤ ਲੁਕੋ ਕੇ, ਆਪਣੀਆਂ ਕਮਜ਼ੋਰੀਆਂ ਲੁਕੋ ਕੇ। ਕੈਪਟਨ ਅਮਰਿੰਦਰ ਸਿੰਘ ਆਪਣੀ ਕਮਜ਼ੋਰੀ ਲੁਕੋ ਰਿਹਾ ਕਿ ਮੈਂ ਕੋਈ ਥਰਮਲ ਪਲਾਂਟ ਨਹੀਂ ਲਾਇਆ, ਮੈਂ ਕੋਈ ਅਪਗ੍ਰੇਡ ਨਹੀਂ ਕੀਤਾ। ਅੱਜ ਮੈਂ ਇੱਕ ਅਖਬਾਰ ਦੀ ਐਡਵਰਟਾਈਜ਼ਮੈਂਟ ਆਈ ਹੈ, ਨਵਾਂ ਨਰੋਆ ਪੰਜਾਬ, ਜਿੱਥੇ ਕੈਪਟਨ ਨੇ ਕਿਹਾ ਕਿ 220 ਮੈਗਾਵਾਟ ਦੇ 220 ਦੇ ਟਰਾਂਸਫਾਰਮਰ 220 ਦੇ ਟਰਾਂਸਫਾਰਮਰ ਇਹਨਾਂ ਨੇ ਲਾਏ ਹੈ, ਤਕਰੀਬਨ 200 ਲਾਏ ਹੈ। ਮੈਂ ਚੇਅਰਮੈਨ ਬਿਜਲੀ ਬੋਰਡ ਨੂੰ ਪੁੱਛਿਆ, ਮੈਂ ਕਿਹਾ ਰਾਹ ਕੀ ਹੈ? ਕਹਿੰਦਾ ਜੀ ਪੰਜਾਬ ਵਿੱਚ 220 ਪੂਰੇ ਪੰਜਾਬ ਦੀ ਹੈ ਨਹੀਂ, ਤੇ ਫਿਰ ਅਸੀਂ ਇਸ਼ਤਿਹਾਰ ਕਿਸ ਵਾਸਤੇ ਕੱਢਿਆ? ਕੈਪਟਨ ਨੂੰ ਪਤਾ ਹੀ ਨਹੀਂ ਕਿ ਹੋ ਕੀ ਰਿਹਾ, ਥੱਲੇ ਮਹਿਕਮੇ ਨੂੰ ਪਤਾ ਨਹੀਂ। ਆਹ ਤਾਂ ਹਾਲਾਤ ਅੱਜ ਹੋਈ ਹੈ। ਆਪਣੀਆਂ ਕਮਜ਼ੋਰੀਆਂ, ਜਿਹੜੀ ਬਿਜਲੀ ਦੇ ਹਾਲਾਤ ਬਣੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਨਲਾਇਕੀ ਕਰਕੇ, ਯਾਸ਼ੀ ਕਰਕੇ, ਨਾ ਦਫ਼ਤਰ ਜਾਣ ਕਰਕੇ,
ना मीटिंग की है। बिजली महकमा कैप्टन अमरिंदर सिंह को है। मैं चैलेंज करदा कैप्टन अमरिंदर सिंह अपने प्रोग्राम पिछले 4 साल के दिखा दे, एक दिन बिजली की मीटिंग की होए। साडे टाइम हर सोमवार महकमे की मीटिंग होंदी सी, हर रोज मैनू मेरे फोन ते आउंदा सी कितनी बिजली प्रोडक्शन हुई है, कितनी डिमांड है, कित्थे कोई कमी है। हर हफ्ते का प्रोग्राम बनता सी, हर महीने का बनता सी, ते 6 महीने की प्लैनिंग होंदी सी, ते डेली मॉनिटरिंग होंदी सी। इत्थे 4.5 साल कोई मॉनिटरिंग नहीं। इस करके मैं आई अज प्रैस कॉन्फ्रेंस की है कि अज की हालात की तबाही लियाने वाला कैप्टन अमरिंदर सिंह है, तो उन्होंने जिम्मेवारी लैनी चाहिए है। अज भी जे सियाणप करन, अरेंजमेंट कर सकते हैं, पर इन्होंने करना नहीं, इन्होंने कोई फिक्र नहीं। कैप्टन ने किया की है पिछले 4 साल? असी इन्वेस्ट पंजाब खोलिया, वो बंद करता। असी सेवा केंद्र खोले, बंद कर दिते। असी और मुफ्त दवाइयां दुकानां खोलियां, बंद कर दित्तियां। जिन्ने जिन्ने काम असी कीते सारे बंद कर दिते। आ सरकार नवी चीज़ बनाने वाली नहीं, इन्हें डिस्ट्रॉय पंजाब नूं करने वाली है। कोई सवाल नहीं आ रहा है बात कर ज्योतिषी है बारिश नूं देख रहे हैं। आप नहीं कुछ करना इन्होंने। वो कहते मीह देख 4.5 ਰੁਪਏ ਅਧਿਕਾਰੀ ਕਹਿ ਰਹੇ ਨੇ ਜਦ ਤੁਹਾਡੀ ਸਰਕਾਰ ਗਈ ਹੈਗੀ 17 ਦੇ ਵਿੱਚ 4.5 ਰੁਪਏ ਸੀ, ਲੇਕਿਨ ਹੁਣ ਜਿਹੜੀ ਬਿਜਲੀ ਹੈਗੀ ਆ 7 ਤੋਂ 8 ਰੁਪਏ ਤੱਕ ਲੋਕਾਂ ਨੂੰ ਮਿਲ ਰਹੀ ਹੈਗੀ ਆ। ਇਹਦੇ ਬਾਰੇ ਕੀ? ਇਹਦੇ 2-3 ਕਾਰਨ ਹੈ। ਇੱਕ, ਇਹਨਾਂ ਨੇ ਆਪਣੀ ਜਿਹੜੀ ਹੈਗੀ ਆ ਡਿਸਟ੍ਰੀਬਿਊਸ਼ਨ ਜਿਹੜੇ ਅਸੀਂ ਲੌਸਸ ਸੀ ਉਹ ਫਿਰ ਤੋਂ ਵੱਧ ਗਏ ਆ, ਵੀ ਡਿਸਟ੍ਰੀਬਿਊਸ਼ਨ ਲੌਸਸ ਵੱਧ ਗਏ ਆ, ਮਹਿੰਗੀ ਬਿਜਲੀ ਖਰੀਦ ਰਹੇ ਹੈ, ਤੇ ਜਿਹੜਾ ਹੈਗਾ ਪੈਸਾ ਦੇ ਨਹੀਂ ਰਹੇ। ਹੁਣ ਕੀ ਅੱਜ ਰੈਗੂਲੇਟਰੀ ਕਮਿਸ਼ਨ ਦੇਖਦਾ ਹੈ ਕਿ 7000 ਕਰੋੜ ਤਾਂ ਤੁਸੀਂ ਪੇ ਨਹੀਂ ਕੀਤਾ, ਫਿਰ 7000 ਕਰੋੜ ਦਾ ਵਿਆਜ ਜੋੜ ਲੈਂਦੇ ਆ ਰੈਗੂਲੇਟਰੀ ਕਮਿਸ਼ਨ। ਆ ਬੇਸਿਕਲੀ ਜਿਹੜੇ ਆ ਉਹਨਾਂ ਦੀ ਆਪਣੀ ਨਲਾਇਕੀ ਕਰਕੇ ਆ, ਰੇਟ ਵਧ ਜਾਂਦੇ ਆ। ਜੇ ਅਸੀਂ ਸਸਤੀ ਬਿਜਲੀ ਦੇ ਸਕਦੇ ਹਾਂ, 24 ਘੰਟੇ ਦੇ ਸਕਦੇ ਆ, 5 ਸਾਲ 'ਚ ਇਹਨਾਂ ਨੂੰ ਢਾਂਚਾ ਵਿਗੜਦਾ, ਇਹਨਾਂ ਦੀ ਨਲਾਇਕੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਦੀ ਪਹਿਲੀ ਕੈਬਨਿਟ ਦੇ ਵਿੱਚ ਹੀ ਇਹਨਾਂ ਨੂੰ ਰੱਦ ਕਰ ਦੇਵਾਂਗੇ ਅਸੀਂ ਜਿਹੜੇ ਸਮਝੌਤੇ ਕੀਤੇ ਨੇ। ਮੈਂ ਕਹਿੰਦਾ ਪਹਿਲੀ ਗੱਲ ਤਾਂ ਕੈਬਨਿਟ ਬਣਨੀ ਨਹੀਂ ਉਹਨਾਂ ਦੀ। ਦੂਜੀ ਗੱਲ ਆਈ ਬਿਆਨ ਕੇਜਰੀਵਾਲ ਨੇ, ਜਦੋਂ ਕੇਜਰੀਵਾਲ ਮੁੱਖ ਮੰਤਰੀ ਬਣਿਆ ਉਹਨੇ ਕਿਹਾ ਸੀ ਦਿੱਲੀ ਦੀ ਸਰਕਾਰ 'ਚ ਅਸੀਂ ਦਿੱਲੀ ਦੇ ਪ੍ਰਾਈਵੇਟ ਸੈਕਟਰ ਦੇ ਸਾਰੇ ਐਗਰੀਮੈਂਟ ਰੱਦ ਕਰਾਂਗੇ। ਕੇਜਰੀਵਾਲ ਨੇ ਅੱਜ ਤੱਕ ਕਿਉਂ ਨਹੀਂ ਕੀਤੇ? ਕਾਮਨਵੈਲਥ ਗੇਮਸ ਉਦੋਂ ਵੀ ਇਹਨਾਂ ਨੇ ਬਾਨੀ ਦੇ ਸੀ, ਉਦੋਂ ਕਿਉਂ ਨਹੀਂ ਕੀਤੇ? ਅੱਜ 10 ਸਾਲ ਹੋ ਗਏ ਉਹਨੂੰ, 7-8 ਸਾਲ ਕਿਉਂ ਨਹੀਂ ਕੀਤੇ? ਆਹ ਤਾਂ ਇਕੱਲੇ ਝੂਠ ਬੋਲੋ, ਜਿੰਨਾ ਮਰਜ਼ੀ ਕਰ ਲਓ। ਮੈਂ ਕੇਜਰੀਵਾਲ ਦੇ ਬਿਆਨ ਨੇ ਜੀ 600 ਯੂਨਿਟ ਅਸੀਂ ਫ੍ਰੀ ਦੇਵਾਂਗੇ। ਮੈਂ ਹੁਣ ਕੇਜਰੀਵਾਲ ਸਾਹਿਬ ਨੇ ਕਿਹਾ ਨੇ, ਕੇਜਰੀਵਾਲ ਨੇ ਕਿਹਾ ਕਿ 300 ਯੂਨਿਟ ਮੈਂ ਕੇਜਰੀਵਾਲ ਨੇ ਕਿਹਾ 300 ਯੂਨਿਟ ਮੈਂ ਫ੍ਰੀ ਕਰੂੰਗਾ। ਜਦੋਂ ਮੀਡੀਆ ਨੇ ਪੁੱਛਿਆ ਕਿ 300 ਤੋਂ 1 ਯੂਨਿਟ ਵੱਧ ਗਿਆ, ਕੀ ਜਵਾਬ ਸੀ ਕਿ ਸਾਰੇ ਤੇ ਲਾਉਂਗਾ। ਭਗਵੰਤ ਮਾਨ ਨਾਲ ਬੈਠਾ ਸੀ, ਟੋਕਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਸਾਡਾ ਤਾਂ ਜਲੂਸ ਨਿਕਲ ਜੂਗਾ, ਪਰ ਉਹਨੇ ਆਪਣਾ ਸਟੈਂਡ ਰੱਖਿਆ ਕੇਜਰੀਵਾਲ ਨੇ ਕਿ ਸਾਰੇ ਸਾਹਮਣੇ ਫਿਰ ਤੋਂ ਰਿਪੀਟ ਕੀਤਾ ਕਿ ਨਹੀਂ, ਜਿਵੇਂ ਅਸੀਂ ਦਿੱਲੀ 'ਚ ਕੀ ਕਰ ਰਹੇ ਆ, 200 ਯੂਨਿਟ ਦੇ ਰਹੇ ਆ, 200 ਯੂਨਿਟ 'ਚ 1 ਯੂਨਿਟ ਉੱਤੇ ਹੋ ਜਾਏ 200 ਦੇ ਪੈਸੇ ਦੇਣੇ ਪੈਂਦੇ ਆ, ਤੇ ਉਵੇਂ ਹੀ ਹੁਣ 300 ਕਰਨਾ ਚਾਹੁੰਦੇ ਆ। ਪਹਿਲੀ ਗੱਲ, ਜੇ ਮੁੱਖ ਮੰਤਰੀ, ਜੇ ਆਮ ਆਦਮੀ ਪਾਰਟੀ ਦਾ ਮੇਨ ਮੁੱਖ ਮੰਤਰੀ ਤਾਂ ਕੇਜਰੀਵਾਲ ਹੀ ਹੈ, ਕੇਜਰੀਵਾਲ 300 ਯੂਨਿਟ ਕਿਉਂ ਨਹੀਂ ਕਰਦਾ ਦਿੱਲੀ 'ਚ? ਜੇ ਅਸੀਂ ਹੁਣ ਸੱਚ ਤਾਂ ਮੰਨ ਸਕਦੇ ਹਾਂ ਕਿ ਉਹਦੀ ਸੋਚ ਸੱਚੀ ਹੈ ਕਿ ਭਗਵੰਤ ਮਾਨ ਨੂੰ ਬੇਨਤੀ ਕਰਾਂਗਾ ਪਹਿਲੇ ਕੇਜਰੀਵਾਲ ਤੋਂ ਦਿੱਲੀ 300 ਯੂਨਿਟ ਮੁਫਤ ਕਰਾ ਦਿਓ, ਫਿਰ ਅਸੀਂ ਮੰਨਾਂਗੇ ਇਹਦਾ ਇੰਟੈਂਸ਼ਨ ਠੀਕ ਹੈ। ਜੇ 300 ਯੂਨਿਟ ਸਮਝੌਤੇ ਰੱਦ ਦੀ ਤੁਸੀਂ ਡਿਮਾਂਡ ਕਰਦੇ ਹੋ ਜਿਹੜੇ ਦਿੱਲੀ ਵਾਲੇ ਨੇ? ਮੈਂ ਨਿਕਲ, ਕਿਉਂਕਿ ਮੈਂ ਇੰਨਾ ਹੀ ਕਹਿਣਾ ਚਾਹਣਾ, ਕਹਿੰਦੇ ਕੁਛ ਹੈ ਕਰਦੇ ਕੁਛ। ਹੁਣ ਦੂਜੀ ਗੱਲ, ਕੇਜਰੀਵਾਲ ਕਹਿੰਦਾ ਹੈ ਕਿ ਆਹ ਸਾਡੇ 2 ਰੁਪਏ 80 ਪੈਸੇ ਜੋ ਸਾਡੇ ਪਾਵਰ ਪਲਾਂਟ ਅਸੀਂ ਲਾਇਆ ਕਿ ਮਹਿੰਗੀ ਲਿਆ। ਕੇਜਰੀਵਾਲ ਕਿਉਂ ਬਿਜਲੀ ਮਹਿੰਗੀ ਦਿੰਦਾ ਦਿੱਲੀ ਪੰਜਾਬ ਨਾਲੋਂ? ਆ ਮੇਰੇ ਕੋਲੇ 2020 ਤਾਂ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਸੁਖਬੀਰ ਬਾਦਲ ਨੇ ਕਾਫੀ ਸਾਰੇ ਜਿਹੜੇ ਆંકੜੇ ਨੇ ਉਹ ਪੇਸ਼ ਕੀਤੇ ਨੇ, ਜਿਸ ਦੇ ਵਿੱਚ ਮੋٹے ਤੌਰ ਤੇ
ਪ੍ਰਾਈਵੇਟ ਥਰਮਲ ਪਾਵਰ ਪ੍ਰੋਜੈਕਟ ਜਿਨ੍ਹਾਂ ਦਾ ਜ਼ਿਕਰ ਆਉਂਦਾ ਲਗਾਤਾਰ ਕਿ ਉਹਨਾਂ ਪ੍ਰਾਈਵੇਟ ਪਾਵਰ ਜਿਹੜੇ ਪ੍ਰੋਜੈਕਟ ਸੀ, ਥਰਮਲ ਪਲਾਂਟ ਸੀ, ਪ੍ਰਾਈਵੇਟ ਥਰਮਲ ਪਲਾਂਟ, ਉਹਨਾਂ ਨੂੰ ਇੱਕ ਫਿਕਸ ਚਾਰਜ ਦਿੱਤੇ ਜਾਂਦੇ ਸੀ। ਉਹ ਸੁਖਬੀਰ ਬਾਦਲ ਵੱਲੋਂ ਦੱਸੇ ਗਏ ਹੈ ਕਿ ਐਵਰੇਜ 2 ਰੁਪਏ 79 ਪੈਸੇ ਜਿਹੜੇ ਨੇ ਉਹ 2 ਰੁਪਏ 99 ਪੈਸੇ ਜਿਹੜੇ ਨੇ ਉਹ ਉਹਨਾਂ ਥਰਮਲ ਪਲਾਂਟਸ ਨੂੰ ਦਿੱਤੇ ਜਾਂਦੇ ਨੇ। ਔਰ ਇਹ ਜਿਸ ਵੇਲੇ ਥਰਮਲ ਪਲਾਂਟ ਲੱਗੇ ਸੀ ਉਸ ਵੇਲੇ ਦੇਸ਼ ਭਰ ਦੇ ਵਿੱਚ ਸਭ ਤੋਂ ਘੱਟ ਸੀ। ਔਰ ਫਿਕਸ ਚਾਰਜ ਜੋ ਸੁਖਬੀਰ ਬਾਦਲ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੇ ਮੁਤਾਬਕ ਇਹ ਹੈ ਕਿ ਇਹ ਫਿਕਸ ਚਾਰਜ ਹਰ ਥਰਮਲ ਪਲਾਂਟ ਨੂੰ ਦੇਣੇ ਪੈਂਦੇ ਨੇ। ਅੱਜ ਜਿਨ੍ਹਾਂ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਦਾ ਜ਼ਿਕਰ ਹੋ ਰਿਹਾ ਹੈ, ਜੇ ਸਰਕਾਰ ਉਹਨਾਂ ਬਿਜਲੀ ਸਮਝੌਤਿਆਂ ਨੂੰ ਰੱਦ ਕਰ ਦਿੰਦੀ ਹੈ, ਉਹਨਾਂ ਪ੍ਰਾਈਵੇਟ ਥਰਮਲ ਪਲਾਂਟਸ ਨੂੰ ਬੰਦ ਕਰ ਦਿੰਦੀ ਹੈ, ਤਾਂ ਇੱਕਦਮ ਪੰਜਾਬ ਦੇ ਵਿੱਚ 4500 ਜਾਂ 5000 ਮੈਗਾਵਾਟ ਬਿਜਲੀ ਦੀ ਕਮੀ ਹੋ ਜਾਏਗੀ। ਔਰ ਉਸ ਦੀ ਪੂਰਤੀ ਫਿਰ ਸਰਕਾਰ ਕਿੱਥੋਂ ਕਰੇਗੀ? ਇਹ ਸਵਾਲ ਵੀ ਸੁਖਬੀਰ ਬਾਦਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਜਾਂ ਕਾਂਗਰਸ ਸਰਕਾਰ ਨੂੰ ਪੁੱਛਿਆ ਗਿਆ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਇਸ ਵੇਲੇ ਬਿਜਲੀ ਫੇਲੀਅਰ ਦਾ ਕਾਰਨ ਹੈ ਉਹ ਗ੍ਰਿਡ ਸਿਸਟਮ ਹੈ, ਕਿਉਂਕਿ ਪਿਛਲੇ 4.5 ਸਾਲ ਦੇ ਵਿੱਚ ਜੋ ਕਾਂਗਰਸ ਸਰਕਾਰ ਸੱਤਾ ਦੇ ਵਿੱਚ ਆਈ ਸੀ ਉਹਨਾਂ ਨੇ ਗ੍ਰਿਡ ਸਿਸਟਮ ਨੂੰ ਇੰਪਰੂਵ ਨਹੀਂ ਕੀਤਾ ਜਾਂ ਗ੍ਰਿਡ ਸਿਸਟਮ ਠੀਕ ਤਰੀਕੇ ਨਾਲ ਨਹੀਂ ਚਲਾਇਆ, ਜਿਸ ਕਰਕੇ ਅੱਜ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਭਾਰੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਵੀ ਉਸ ਵੇਲੇ ਜਦੋਂ ਪੰਜਾਬ ਦੇ ਵਿੱਚ ਪੂਰੀ ਸਫੀਸ਼ੀਐਂਟ ਬਿਜਲੀ ਹੈ, ਬਿਜਲੀ ਸਰਪਲਸ ਹੈ, ਉਸ ਵੇਲੇ ਬਿਜਲੀ ਦੇ ਐਡੇ ਲੰਬੇ ਕੱਟ ਲੱਗ ਰਹੇ ਨੇ। ਯਾਨੀ ਗ੍ਰਿਡਾਂ ਦਾ ਕੰਮ ਜਿਹੜਾ ਸੀ ਉਹ ਸਰਕਾਰ ਨੇ ਦਰੁਸਤ ਨਹੀਂ ਕੀਤਾ। ਔਰ ਉਸ ਦੇ ਨਾਲ ਜਿਹੜੀ 1000 ਜਾਂ 1500 ਮੈਗਾਵਾਟ ਦੀ ਅੱਜ ਹੋਰ ਡਿਮਾਂਡ ਵੱਧ ਗਈ ਹੈ, ਉਹ ਕਿਉਂਕਿ ਪਿਛਲੇ 5 ਸਾਲ ਦੇ ਵਿੱਚ ਉਸ ਦੀ ਪੂਰਤੀ ਦੇ ਲਈ ਕੋਈ ਕਦਮ ਨਹੀਂ ਚੁੱਕੇ ਗਏ, ਇਹ ਕਹਿਣ ਦੀ ਕੋਸ਼ਿਸ਼ ਸੁਖਬੀਰ ਬਾਦਲ ਕਰ ਰਹੇ ਨੇ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਦਾ ਵੇਲਾ ਹੈ, ਜਲਦ ਵਾਪਸ ਆਉਣੇ।